गुरु नानक पद पंकज बंदन पंकज सिमरो अंगद दुख निकंदन गुरु अमर दास हृदय नित त्याऊं हृदय नित श्री गुरु रामदास गुण गुरु अर्जन विघ्नन के नाशक विघ्नन के नाशक श्री हर गोबिंद सोमत पर श्री हर राय नमो कर जोरी नमो कर श्री हर कृष्ण मनाओ गुरु तेग बहादुर परम कृपाल परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा बंदो बार बार जगदीसा एक ओंकार सतगुरु साध सच होए वाहिगुरु जी की फतेह है विनाशन सोए वाहिगुरु जी की फतेह है विनाशन सोए दोहरा अंधकरण अज्ञान दैव चेतन आत्म तीन हैव एकत्र धारे कर्म तरे न हैव एक हीन वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो रोजाना की तरह पातशाह जी की अपार किरपा बख्शिश का सदका पिछले पहरां के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। ਆਪਾਂ ਵਿਚਾਰਾ ਸਰਵਣ ਕਰ ਰਹੇ ਸੀ ਜਿਸ ਵੇਲੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ ਜਿਹੜਾ ਕਰਮ ਹੈ ਉਹ ਕਿਵੇਂ ਬਣਦਾ ਹੈ ਤੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਦੀ ਡਿਊਟੀ ਲਾਤੀ। ਕਹਿੰਦੇ ਦਇਆ ਸਿੰਘ ਸਮਝਾਓ ਇਹਨਾਂ ਨੂੰ ਕਰਮ ਕਿਵੇਂ ਬਣਦਾ। ਦਇਆ ਸਿੰਘ ਤੇ ਪਾਤਸ਼ਾਹ ਜੀ ਦੀ ਕਿਰਪਾ ਹੈ। ਪੰਜ ਪਿਆਰਿਆਂ ਦੇ ਵਿੱਚੋਂ ਇਹ ਸਿੰਘ ਹੈ ਭਾਈ ਦਇਆ ਸਿੰਘ ਜੀ। ਇਹ ਫਿਰ ਦੱਸਦੇ ਹਨ कि जिन्ना चिर ये 4 पॉइंट मन बुद्ध चित्त अहंकार ते पंजवीं चेतना आत्मा जिन्ना चिर ये पंजे इकट्ठे नहीं होंदे उन्ना चिर कोई कर्म नहीं बनता कर्म का फल नहीं भोगना पैंदा। ते जदों इन्हां दे नाल चेतना मिल जावे फिर कर्म बनदा। भाव जदों असीं सुरत करके वो काम करदे रहिंदा किसी भी दोषी ते लंबे समय तो केस चलदा रहिंदा लेकिन जज उन्ना चिर उन्होंने सज़ा नहीं दिंदा जिन्ना चिर वो मनदा नहीं कि मैं कीता है। को सतनाम चलता रहिंदा काम जां तां उहदे कीते दी कोई वीडियो मिल जाए कोई सबूत मिल जाए ताइयों फकीर लोग सबूत इकट्ठे करते हैं। तो जदों वो मन जाता सबूतों के आधार पर भी हाँ जी मैं कीता तो फिर उन्हें सज़ा मिलती है। तो आपां नूं कर्मां दा फल कदों भोगना पैंदा है जदों आपां ये कहने मैं करदा मैं कीता मैं करूँगा तो परमेश्वर कहते फिर तू करेंगा तो फल भी तू ही भोगेगा। कोई सतनाम भोग फिर समझ आई ना। जो बंदा अहंकार भी आके कहता है जो कबीर साहब जी कहते हैं घर में लंगर बहुत वधिया चल गया ਜਿਹੜੇ ਬ੍ਰਾਹਮਣਾਂ ਨੇ ਲੌਸਮੈਂਟ ਕੀਤੀ ਸੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਔਰ ਲੰਗਰ ਕਿਆ ਚੱਲਿਆ ਕਿ ਉਹ ਬਰਤਨ ਵੀ ਸੰਗਤਾਂ ਨੂੰ ਵਰਤਾਤੇ ਵੀ ਨਾਲ ਹੀ ਲੈ ਜਾਓ। ਫਿਰ ਕਿਤੇ ਮਾਤਾ ਲੋਈ ਜੀ ਪੁੱਛਦੇ ਨਾ ਜਾਂ ਕੋਈ ਸੰਗਤ ਪੁੱਛਦੀ ਆ ਵੀ ਮਹਾਰਾਜ ਐਡਾ ਵੱਡਾ ਲੰਗਰ ਕਮਾਲ ਕਰਤੀ ਇਹ ਕਿਵੇਂ ਚੱਲਿਆ ਤੁਸੀਂ ਦੱਸਿਆ ਹੀ ਨਹੀਂ ਕਦੇ। ਤੇ ਕਬੀਰ ਸਾਹਿਬ ਉੱਥੇ ਨਹੀਂ ਕਹਿੰਦੇ ਮੈਂ ਕੀਤਾ
ਉੱਥੇ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਬਸ ਜਿੱਥੇ ਮੈਂ ਆ ਗਈ ਉੱਥੇ ਹੀ ਕਰਮ ਦਾ ਫਲ ਭੋਗਣਾ ਪਵੇਗਾ। ਇਸ ਕਰਕੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੱਸ ਰਹੇ ਸਨ ਕਿ ਇੱਕ ਅੰਤਸ਼ਕਰਨ, ਦੂਸਰੀ ਅਗਿਆਨਤਾ, ਤੀਸਰੀ ਚੇਤਨਾ ਆਤਮਾ। ਜਿੰਨਾ ਚਿਰ ਇਹ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕਰਮ ਬਣਦਾ ਨਹੀਂ ਤੇ ਕਰਮ ਦਾ ਫਲ ਭੋਗਣਾ ਨਹੀਂ ਪੈਂਦਾ। ਤਾਈਓ ਸਿਆਣਿਆਂ ਨੇ ਕਿਹਾ ਨੇਕੀ ਕਰ ਦਰਿਆ ਮੇਂ ਡਾਲ, ਚੰਗਾ ਕੰਮ ਕਰਕੇ ਭੁੱਲ ਜਾ, ਕਿਉਂਕਿ ਚੰਗਾ ਕਰਮ ਵੀ ਤੈਨੂੰ ਭੋਗਣ ਵਾਸਤੇ ਆਉਣਾ ਪੈਣਾ। ਜੇ ਤੂੰ ਲੌਸਮੈਂਟ ਕਰੇਗਾ, ਓਏ ਮੈਂ ਜੀ ਗੁਰੂ ਘਰ ਦੇ ਵਿੱਚ ਇੰਨੇ ਪੈਸਿਆਂ ਦਾ ਲੰਗਰ ਚਲਾਇਆ, ਕਹਿੰਦੇ ਚੰਗਾ ਆ ਜਾ ਪੁੱਤ ਤੈਨੂੰ ਖਾਣ ਵਾਸਤੇ ਵੀ ਆ ਜਾ, ਤੈਨੂੰ 70 ਗੁਣਾ ਹੋ ਕੇ ਹੁਣ ਮਿਲਣਾ ਵੀ ਆ। ਕੋਈ ਸਤਨਾਮ। ਨੇਕੀ ਕਰ ਦਰਿਆ ਮੇਂ ਡਾਲ ਦਾ ਮਤਲਬ ਹੈ ਕਰਮ ਕਰ ਪਰ ਭੁੱਲ ਜਾ। ਜੇ ਤੂੰ ਕਰਮ ਲੋਕਾਂ ਵਿੱਚ ਯਾਦ ਕਰਾਏਗਾ, ਚਿਤਾਰੇਗਾ, ਫਿਰ ਦੋ ਤਰ੍ਹਾਂ ਦੇ ਕਰਮ ਹੈ, ਚੰਗੇ ਤੇ ਮਾੜੇ। ਮਾੜਾ ਕਰਮ ਲੋਹੇ ਦੀ ਬੇੜੀ ਹੈ, ਚੰਗਾ ਕਰਮ ਸੋਨੇ ਦੀ ਬੇੜੀ ਹੈ। ਤੇ ਬੇੜੀਆਂ ਭਾਵ ਹੱਥ ਕੜੀਆਂ, ਬੇੜੀਆਂ ਪੈਰਾਂ ਵਾਲੀਆਂ, ਕਿਸ਼ਤੀ ਨਹੀਂ ਪੈਰਾਂ ਵਾਲੀ ਬੇੜੀ। ਲੋਹੇ ਦੀ ਬੇੜੀ ਵੀ ਬੰਨ੍ਹਣਾ, ਸੋਨੇ ਦੀ ਬੇੜੀ ਬੰਨ੍ਹਣਾ। ਭਾਵ ਚੰਗੇ ਕਰਮ ਨੂੰ ਭੋਗਣ ਵਾਸਤੇ ਵੀ ਕੋਈ ਸਰੀਰ ਚੱਕਣਾ ਪੈਣਾ, ਮਾੜੇ ਕਰਮ ਨੂੰ ਭੋਗਣ ਵਾਸਤੇ ਚੱਕਣਾ ਪੈਣਾ। ਇਸ ਕਰਕੇ ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਸ ਵਿਸ਼ੇ 'ਤੇ ਸਾਨੂੰ ਕੀ ਸਮਝਾਉਂਦੇ ਆ, ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੰਤੇ ਕਰਨ ਅਗਿਆਨ ਦੇਵ ਚੇਤਨ ਆਤਮ ਤੀਨਾ। ਭਾਈ ਸਾਹਿਬ ਜੀ ਦੱਸ ਰਹੇ ਹਨ ਅੰਤਸ਼ਕਰਨ, ਦੂਸਰੀ ਅਗਿਆਨਤਾ। ਕਿਉਂਕਿ ਬੰਦਾ ਅਗਿਆਨਤਾ ਵਿੱਚ ਹੀ ਕਹਿੰਦਾ ਮੈਂ ਕਰਦਾ, ਮੈਂ ਕੀਤਾ। ਜਦ ਗਿਆਨ ਹੋ ਗਿਆ ਫਿਰ ਕਹੂਗਾ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ। ਇਹ ਪਰਮੇਸ਼ਰ ਦੀ ਮੌਜ ਹੈ। ਤਾਂ ਤੀਸਰਾ ਤੇ ਚੌਥਾ ਹੈ ਆਤਮਾ। ਹੈ ਇਕਤਰ ਧਾਰੇ ਕਰਮ ਧਰੇ ਨ ਹਰ ਇਕ ਹੀ ਨਾ। ਔਰ ਜਿੰਨਾ ਚਿਰ ਇਹ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕਰਮ ਨਹੀਂ ਹੁੰਦਾ। ਕਈ ਵਾਰੀ ਆਪਾਂ ਦੇਖਦੇ ਨੇ ਫਿਲਮਾਂ ਜੀਆਂ ਵਿਖਾਉਂਦੇ ਆ ਭੂਤਾਂ ਪ੍ਰੇਤਾਂ ਦੀਆਂ, ਕੱਲੀ ਆਤਮਾ ਦਿਖਾਉਂਦੇ ਆ। ਉਹ ਆਤਮਾ ਐਦਾਂ ਕਿਸੇ ਨੂੰ ਫੜ ਨਹੀਂ ਸਕਦੀ। ਕਹੋ ਸਤਨਾਮ। ਕਿਉਂਕਿ ਉਹਦੇ ਕੋਲ ਸਰੀਰ ਨਹੀਂ ਹੈਗਾ। ਆਤਮਾ ਕੋਲੇ ਜਿੰਨਾ ਚਿਰ ਸਰੀਰ ਨਹੀਂ ਹੈਗਾ ਉਹ ਕਿਸੇ ਨੂੰ ਫੜ ਨਹੀਂ ਸਕਦੀ। ਤਾਕਤ ਬਹੁਤ ਹੈ ਆਤਮਾ ਵਿੱਚ, ਪਰ ਐਦਾਂ ਸਰੀਰ ਤੋਂ ਬਗੈਰ ਫੜ ਨਹੀਂ ਸਕਦੀ ਉਹ ਕਿਸੇ ਨੂੰ। ਤਾਂ ਇਸ ਕਰਕੇ ਜਿੰਨਾ ਚਿਰ ਭਾਈ ਸਾਹਿਬ ਜੀ ਕਹਿੰਦੇ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕਰਮ ਦਾ ਫਲ ਨਹੀਂ ਬਣਦਾ। ਜਿਸ ਤਰ੍ਹਾਂ ਕਿਸੇ ਮਨੁੱਖ ਦੇ ਮੌਤ ਦਾ ਕਾਰਨ ਤਿੰਨ ਜਗ੍ਹਾਵਾਂ ਦਾ ਇਕੱਠਾ ਹੋਣਾ, ਤਿੰਨਾਂ ਚੀਜ਼ਾਂ ਦਾ ਇਕੱਠਾ ਹੋਣਾ, ਜਗ੍ਹਾ, ਬਹਾਨਾ ਤੇ ਸਮਾਂ। ਸਮਾਂ ਆ ਗਿਆ ਮੌਤ ਦਾ, ਉਹ ਕਿਵੇਂ ਮਰਦਾ ਹੈ, ਐਕਸੀਡੈਂਟ ਨਾਲ ਮਰਨਾ ਕਿ ਬਿਮਾਰ ਹੋ ਕੇ ਮਰਨਾ, ਇੱਕੋ ਬਹਾਨਾ। ਤੇ ਤੀਸਰਾ ਗੁਰੂ ਪਿਆਰਿਓ ਜਗ੍ਹਾ, ਕਿੱਥੇ ਜਾ ਕੇ ਮਰਨਾ। ਜਦੋਂ ਤਿੰਨੇ ਇਕੱਠੇ ਹੋ ਜਾਣ ਫਿਰ ਜਾ ਕੇ ਉਹਨਾਂ ਦੀ ਕਿਸੇ ਮਨੁੱਖ ਦੀ ਮੌਤ ਹੁੰਦੀ ਆ। ਇਸੇ ਤਰ੍ਹਾਂ ਹੀ ਕਰਮ ਦਾ ਫਲ ਪ੍ਰੀਤਮ ਦੱਸਦੇ ਹਨ। ਇਸ ਕੋ ਕਹੋ ਸਹਿਤ ਦ੍ਰਿਸ਼ਟਾਂਤ ਸੁਨੋ ਖਾਲਸਾ ਹੈ ਜਿਸ ਭਾਂਤ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਆਓ ਮੈਂ ਤੁਹਾਨੂੰ ਕੁਝ ਦ੍ਰਿਸ਼ਟਾਂਤ ਉਦਾਹਰਨ ਦੇ ਕੇ ਦੱਸਣਾ ਕਰਦਾ ਹਾਂ। ਸਤਿਗੁਰ ਰੂਪ ਮਿੱਤਰ ਕਾ ਆਹੇ ਅੰਤੇ ਕਰਨ ਪਿੰਡ ਹੈ ਤਾਹੇ। ਸਤ ਗੁਣ ਰੂਪ ਮਿਰਤ ਕਾ ਆਹੇ, ਭਾਵ ਸੱਚ ਹੈ ਮਿੱਟੀ, ਤੇ ਮਿੱਟੀ ਤੋਂ ਜਿਹੜਾ ਹੈ ਸਾਡਾ ਸਰੀਰ ਬਣਿਆ ਹੈ। ਆਤਮ ਚੇਤਨ ਰੂਪ ਆਕਾਸ਼ ਅਰ ਅਗਿਆਨ ਰੂਪ ਜਲ ਰਾਸ। ਔਰ ਮਿੱਟੀ ਤੋਂ ਸਰੀਰ ਬਣਿਆ, ਆਤਮ ਚੇਤਨਾ ਇਹਦੇ ਵਿੱਚ ਵੜ ਗਈ। ਆ ਜਿਹੜਾ ਆਕਾਸ਼ ਉੱਪਰ ਹੈ ਸਾਡੇ ਬਾਹਰ, ਇਹ ਆਕਾਸ਼ ਦਾ ਜਿਹੜਾ ਅੰਗ ਹੈ ਸਾਡੇ ਕੰਨ ਹੈ। ਪੰਜ ਤੱਤ ਲੱਗੇ ਨਾ ਸਰੀਰ ਨੂੰ। ਆਕਾਸ਼ ਦਾ ਅੰਗ ਸਾਡਾ ਕੰਨ ਹੈ, ਕਿਉਂਕਿ ਕੰਨ ਹੀ ਸ਼ਬਦ ਨੂੰ ਫੜਦਾ, ਹੱਥ ਨਹੀਂ ਫੜਦੇ ਆਵਾਜ਼ ਨੂੰ। ਅੱਖਾਂ ਜਿਹੜੀਆਂ ਇਹ ਅਗਨੀ ਤੱਤ ਦਾ ਅੰਗ ਹੈ। ਨਾਸਿਕਾ ਜਿਹੜੀ ਹੈ ਮਿੱਟੀ ਤੱਤ ਦਾ ਅੰਗ ਹੈ। ਮਿੱਟੀ ਵਿੱਚ ਕਿੰਨੇ ਤਰ੍ਹਾਂ ਦੀ ਖੁਸ਼ਬੂ ਹੈ ਇਹ ਨੱਕ ਹੀ ਦੱਸੂਗਾ, ਹੋਰ ਨਹੀਂ ਕੋਈ ਦੱਸ ਸਕਦਾ। ਜੀਭ ਜਿਹੜੀ ਹੈ ਪਾਣੀ ਤੱਤ ਦਾ ਅੰਗ ਹੈ। ਇਸੇ ਤਰ੍ਹਾਂ ਹੀ
ਜਿਹੜਾ ਸਰੀਰ ਹੈ ਇਹ ਮਿੱਟੀ ਤੱਤ ਤੋਂ ਬਣਿਆ ਹੈ। ਨਿਰਤਕਾ ਪਿੰਡ ਮਿਲੇ ਜਲ ਸੰਗ ਤਬ ਕਟ ਰੂਪ ਬਨੇ ਸਰਬਕ। ਔਰ ਜਦੋਂ ਮਿੱਟੀ ਦੇ ਨਾਲ ਪਾਣੀ ਮਿਲਦਾ ਹੈ ਤਾਂ ਇਹ ਸਰੀਰ ਬਣਦਾ। ਸਾਡਾ ਸਰੀਰ ਤਾਂ ਬਣਿਆ ਮਿੱਟੀ ਤੇ ਪਾਣੀ ਦਾ ਮਿਲਾਪ ਹੋਇਆ। ਮਾਂ ਕੀ ਰਕਤ ਪਿਤਾ ਬਿਦ ਧਾਰਾ, ਜਦੋਂ ਇਹਨਾਂ ਦਾ ਸੰਯੋਗ ਹੋਇਆ ਇਕੱਠੇ ਹੋਏ ਤਾਂ ਇਹ ਬਾਡੀ ਬਣੀ। ਜਿਹੜਾ ਬਿੰਦ ਹੈ ਉਹ ਮਿੱਟੀ 'ਚੋਂ ਪੈਦਾ ਹੋਇਆ। ਕਿਵੇਂ ਭਲਾ? ਮਿੱਟੀ ਦਾ ਫਲ ਖਾਧਾ ਸਾਡੇ ਮਾਂ ਪਿਓ ਨੇ, ਅਨਾਜ ਖਾਧਾ, ਫਲ ਫਰੂਟ ਖਾਧਾ, ਖੁਰਾਕ ਖਾਧੀ, ਉਸ ਖੁਰਾਕ ਤੋਂ ਪਾਣੀ ਬਣਿਆ ਤੇ ਮਾਂ ਦੇ ਕੋਲੇ ਖੂਨ ਹੈ। ਜਦੋਂ ਇਹ ਦੋਨੇ ਚੀਜ਼ਾਂ ਮਿਕਸ ਹੁੰਦੀਆਂ ਤੇ ਫਿਰ ਜਾ ਕੇ ਸਾਡੀ ਬਾਡੀ ਬਣੀ। ਭਾਵ ਸਰੀਰ ਮਿੱਟੀ ਦਾ, ਮਿੱਟੀ ਤੋਂ ਬਣਿਆ। ਇਹ ਮਿੱਟੀ ਤੱਤ ਤੋਂ ਬਣਿਆ। ਕਣਕ ਜਿਹੜੀ ਉਹ ਮਿੱਟੀ 'ਚੋਂ ਪੈਦਾ ਹੋਈ ਹੈ। ਮਿੱਟੀ ਤੋਂ ਸਰੀਰ ਬਣਿਆ ਤੇ ਇਹਨੂੰ ਮਿੱਟੀ ਹੀ ਆਪਣੇ ਵਿੱਚ ਸਮਾਉਂਦੀ ਹੈ। ਬੁੱਲੇ ਸ਼ਾਹ ਕਹਿੰਦਾ ਮਿੱਟੀ ਦਾ ਤਮਾਸ਼ਾ ਦੇਖੋ, ਮਿੱਟੀ ਹੱਸੇ ਮਿੱਟੀ ਰੋਵੇ, ਮਿੱਟੀ ਬੋਲੇ, ਔਰ ਜਦੋਂ ਇਹਦੇ ਵਿੱਚੋਂ ਆਤਮਾ ਨਿਕਲ ਗਈ ਫਿਰ ਮਿੱਟੀ ਤੇ ਮਿੱਟੀ ਪਾਵੇ। ਆਪਾਂ ਸਾਰੇ ਮਿੱਟੀ ਦੇ ਸਾਂ, ਆਪਾਂ ਉਹ ਰੂਹਾਂ ਸਰੀਰਾਂ ਦੇ ਉੱਤੇ ਮਿੱਟੀ ਪਾ ਦਿੱਤੀ, ਮਿੱਟੀ ਦੇ ਉੱਤੇ ਮਿੱਟੀ ਪਾ ਕੇ ਨੱਪ ਦਿੱਤਾ ਜਾਂ ਸੰਸਕਾਰ ਕਰਤਾ। ਭਾ ਮਿੱਟੀ ਮਿੱਟੀ ਜਾ ਕੇ ਮਿਲ ਗਈ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕੇ। ਰੋਣ ਵਾਲਾ ਕਿਹਨੂੰ ਰੋਂਦਾ ਬਈ? ਜੇ ਤਾਂ ਸਰੀਰ ਨੂੰ ਰੋਂਦੇ ਹੋ ਫਿਰ ਤਾਂ ਘਰੇ ਰੱਖ ਲਓ, ਸੰਸਕਾਰ ਨਾ ਕਰੋ। ਪਰ ਤੁਸੀਂ ਉਹ ਰੱਖ ਨਹੀਂ ਸਕਦੇ। ਉਹ ਕਹਿੰਦੀ ਵੀ ਤਾਂ ਇਹ 'ਚ ਤਾਂ ਹੈ ਹੀ ਨਹੀਂ ਉਹ। ਫਿਰ ਉਹ ਕੌਣ ਸੀ ਜਿਹਨੂੰ ਰੋਂਦੇ ਹੋ? ਜੇ ਉਹ ਨਿਕਲ ਗਿਆ ਫਿਰ ਉਹ ਮਰਿਆ ਨਹੀਂ, ਫਿਰ ਵੀ ਰੋਣ ਦਾ ਫਾਇਦਾ ਨਹੀਂ। ਉਹ ਤਾਂ ਕੋਈ ਮਾਰ ਹੀ ਨਹੀਂ ਸਕਦਾ ਆਤਮਾ ਨੂੰ। ਨਾ ਪਾਣੀ ਡੋਬੇ, ਨਾ ਅਗਨੀ ਸਾੜੇ, ਨਾ ਸ਼ਸਤਰ ਕੱਟ ਸਕੇ ਆਤਮਾ ਨੂੰ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਇਹ ਪਿੰਡਾ ਜਿਹੜਾ ਹੈ, ਪਿੰਡ ਭਾਵ ਸਰੀਰ, ਇਹ ਮ੍ਰਿਤਕਾ ਦਾ ਅੰਗ ਹੈ, ਮਿੱਟੀ ਤੋਂ ਬਣਿਆ ਹੈ। ਪਰ ਇਹ ਮਿੱਟੀ ਤੋਂ ਸਰੀਰ ਉਦੋਂ ਬਣਿਆ ਜਦੋਂ ਮਿੱਟੀ ਨੂੰ ਪਾਣੀ ਮਿਲਿਆ। ਪ੍ਰੀਤਮ ਜੀ ਕਹਿੰਦੇ ਤੀਨੋਂ ਮਿਲ ਕਰ ਘਟਾ ਸੁਧਾਰੇ ਸਮਰੱਥ ਹੋਏ ਪਦਾਰਥ ਧਾਰੇ। ਫਿਰ ਇਹ ਮਿੱਟੀ ਰੂਪੀ ਸਰੀਰ ਓਨਾ ਚਿਰ ਵਧਿਆ ਫੁੱਲਿਆ ਨਹੀਂ ਜਿੰਨਾ ਚਿਰ ਇਹਦੇ ਵਿੱਚ ਚੇਤਨਾ ਨਹੀਂ ਆਈ। ਕੋ ਸਤਨਾਮ। ਜਿੰਨਾ ਚਿਰ ਇਹ 'ਚ ਆਤਮਾ ਨਹੀਂ ਆਈ ਓਨਾ ਚਿਰ ਇਹ ਮਿੱਟੀ ਦੀ ਪਹਿਲਾਂ ਗੰਢ ਬਣੀ ਮਾਤਾ ਦੇ ਉਧਰ ਵਿਖੇ। ਫਿਰ ਉਹਦੇ ਵਿੱਚ ਪਰਮੇਸ਼ਰ ਨੇ ਆਤਮਾ ਨੂੰ ਭੇਜਿਆ। ਫਿਰ ਇਹ ਮਿੱਟੀ ਤੇ ਪਾਣੀ ਮਾਂ ਕੋਲੋਂ, ਮਿੱਟੀ ਪਿਤਾ ਕੋਲੋਂ ਤੇ ਚੇਤਨਾ ਪਰਮੇਸ਼ਰ ਕੋਲੋਂ, ਇਹ ਤਿੰਨਾਂ ਨੇ ਫਿਰ ਮਿਲ ਕੇ ਇਹ ਸਰੀਰ ਨੂੰ ਬਣਾਉਣਾ ਕੀਤਾ ਹੈ। ਤੀਨੋਂ ਨਿਜ ਨਿਜ ਹੈ ਕਰਨਿਆਰੇ ਧਰਨ ਪਦਾਰਥ ਸ਼ਕਤ ਨਾ ਧਾਰੇ। ਤਿੰਨੋਂ ਮਿਲ ਕਰ ਘਟਾ ਸੁਧਾਰੇ ਸਮਰੱਥ ਹੋਏ ਪਦਾਰਥ ਧਾਰੇ। ਇਹ ਤਿੰਨੇ ਇਕੱਠੇ ਹੋ ਗਏ ਤਾਂ ਇਹਨਾਂ ਨੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਸ਼ਕਤੀ ਲੈ ਲਈ। ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਚਿਰ ਹੀ ਖਾਂਦੇ ਪੀਂਦੇ ਹੋ ਨਾ। ਜੇ ਵਿੱਚੋਂ ਆਤਮਾ ਨਿਕਲ ਗਈ ਫਿਰ ਤੁਸੀਂ ਖਾਂਦੇ ਪੀਂਦੇ ਕੁਛ ਨਹੀਂ। ਕਹੋ ਸਤਨਾਮ। ਪਦਾਰਥਾਂ ਨੂੰ ਧਾਰਨ ਵਾਲੇ ਤਾਂ ਬਣੇ ਨੇ ਜੇ ਤਿੰਨ ਜਣੇ ਇਕੱਠੇ ਹੋਏ। ਔਰ ਅਖੀਰ ਪਾਤਸ਼ਾਹ ਕਹਿੰਦੇ ਤਿੰਨੋਂ ਮਿਲ ਕਰ ਘਟਾ ਸੁਧਾਰੇ। ਤਿੰਨਾਂ ਨੇ ਮਿਲ ਕੇ ਇਹ ਘਟਾ ਭਾਵ ਸਰੀਰ ਬਣਾ ਲਿਆ। ਸਮਰੱਥ ਹੋਏ ਪਦਾਰਥ ਧਾਰੇ। ਪਦਾਰਥਾਂ ਨੂੰ ਧਾਰਨ ਕਰਨ ਦੇ ਸਮਰੱਥ ਹੋ ਗਏ। ਤਿੰਨੋਂ ਨਿਜ ਨਿਜ ਹਵੈ ਕਰ ਨਿਆਰੇ। ਜਦੋਂ ਇਹ ਤਿੰਨੇ ਅੱਡੋ ਅੱਡ ਹੋ ਗਏ ਧਰਨ ਪਦਾਰਥ ਸ਼ਕਤ ਨਾ ਧਾਰੇ। ਇਹਨਾਂ ਵਿੱਚ ਕੋਈ ਤਾਕਤ ਨਹੀਂ ਕਿ ਆਤਮਾ ਕੱਲੀ ਸਰੀਰ ਨੂੰ ਫੜ ਲਵੇ ਜਾਂ ਜਿਹੜੀ ਹੈ ਅੰਤਸ਼ਕਰਨ ਜਿਹੜਾ ਹੈ ਇਹ ਕੱਲਾ ਕੋਈ ਕੰਮ ਕਰ ਲਵੇ ਜਾਂ ਪਾਣੀ ਕੱਲਾ ਕੋਈ ਕੰਮ ਕਰ ਲਵੇ। ਕਹਿੰਦੇ ਯਾਰ ਸ਼ਰਾਬ ਕੀ ਮਾੜੀ ਹੈ? ਪਾਣੀ ਦੇ ਗੁੜ ਦੀ ਬਣੀ ਹੈ। ਪਾਣੀ ਦੇ ਵਿੱਚ ਗੁੜ ਵਾਲਿਆ ਸ਼ਰਾਬ ਨੂੰ ਦੁਨੀਆ ਮਾੜਾ ਕਿਉਂ ਕਹਿੰਦੀ ਆ? ਕਿਉਂਕਿ ਉਸ ਦਾ ਤੱਤ ਬਦਲ ਚੁੱਕੇ ਆ। ਕਹੋ ਸਤਨਾਮ। ਕਿਸੇ ਦੇ ਪਾਣੀ ਦੀ ਬਾਲਟੀ ਮਾਰੋ ਕੋਈ ਫਰਕ ਨਹੀਂ ਪੈਂਦਾ, ਰੇਤੇ ਦੀ ਮੁੱਠੀ ਮਾਰੋ ਤਾਂ ਵੀ ਕੋਈ ਖਾਸ ਸੱਟ ਨਹੀਂ ਵੱਜਦੀ। ਦੋਨਾਂ ਨੂੰ ਮਿਕਸ ਕਰਕੇ ਡਲਾ ਬਣਾ ਕੇ ਮਾਰੋ ਫਿਰ ਦੇਖੋ ਤਾਂ ਮਤਲਬ ਉਸ ਦੇ ਅੰਦਰ ਜਿਹੜਾ ਸੁਭਾਅ ਸੀ ਉਹ ਦੋਨਾਂ ਦਾ ਬਦਲ ਗਿਆ। ਹੁਣ ਉਹਨੇ ਸੱਟ ਵੀ ਮਾਰੀ ਇੱਟ ਬਣ ਕੇ। ਇਸੇ ਤਰ੍ਹਾਂ ਹੀ ਗੁੜ ਆਪਾਂ ਚਾਹ 'ਚ ਪਾਉਣੇ ਆ, ਪਾਣੀ ਰੋਜ਼ ਪੀਂਦੇ ਆ, ਪਰ ਜਦੋਂ ਇਸ ਨੂੰ ਲੋਕਾਂ ਨੇ ਉਬਾਲ ਕੇ ਇਹਦੀ ਦੁਰਵਰਤੋਂ ਕੀਤੀ ਤਾਂ ਇਹ ਸ਼ਰ ਆਬ ਸ਼ਰਾਰਤਾਂ ਦਾ ਪਾਣੀ ਬਣ ਗਿਆ। ਕਹੋ ਸਤਨਾਮ। ਇਸੇ ਕਰਕੇ ਇਹ ਤਿੰਨੇ ਜਣੇ
ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਕੁਛ ਨਹੀਂ ਕਰ ਸਕਦੇ। ਜਦੋਂ ਇਹ ਤਿੰਨੇ ਇਕੱਠੇ ਹੋਏ ਤੇ ਬਾਡੀ ਤਿਆਰ ਕੀਤੀ, ਸਰੀਰ ਬਣਨਾ ਸ਼ੁਰੂ ਹੋਇਆ। ਜਦੋਂ ਇਹ ਅੱਡੋ ਅੱਡ ਹੋ ਗਏ ਤੇ ਪਹਿਲਾਂ ਦੀ ਤਰ੍ਹਾਂ ਇਹਨਾਂ ਦੀ ਤਾਕਤ ਖਤਮ ਹੋ ਗਈ ਜੀ। इस प्रकार एक आत्म जोए कर्म धरे समर्थ न सोए। ਕੱਲੀ ਆਤਮਾ ਕੋਈ ਕਰਮ ਨਹੀਂ ਕਰ ਸਕਦੀ। केवल अंते करना धारे तिम अज्ञान धरे निवारे। ਕੱਲਾ ਅੰਤਿਸ਼ ਕਰਨ ਵੀ ਕੁਝ ਨਹੀਂ ਕਰ ਸਕਦਾ। ਅੰਤਿਸ਼ ਕਰਨ ਵੀ ਚਾਰ ਜਣੇ ਮਿਲ ਕੇ ਅੰਤਿਸ਼ ਕਰਨ ਬਣਦਾ ਹੈ। ਮਨ, ਬੁੱਧ, ਚਿੱਤ, ਹੰਕਾਰ, ਇਹ ਚਾਰੇ ਜਨਾਂ ਤੋਂ ਅੰਤਿਸ਼ ਕਰਨ ਬਣਦਾ ਹੈ। ਇਹ ਵੀ ਇਕੱਲੇ ਕੁਛ ਨਹੀਂ ਕਰ ਸਕਦੇ। ਇਸੇ ਤਰ੍ਹਾਂ ਅਗਿਆਨਤਾ ਭਾਵ ਜੋ ਮੋਹ ਮਮਤਾ ਅਗਿਆਨਤਾ ਹੈ, ਇਹ ਵੀ ਇਕੱਲੀ ਕੁਛ ਨਹੀਂ ਕਰ ਸਕਦੇ ਜੀ। तीनों को संजोग जब होए कर्म धरन समर्थ है सोए। ਜਦੋਂ ਇਹ ਤਿੰਨੇ ਇਕੱਠੇ ਹੋਣਗੇ ਫਿਰ ਹੀ ਕਰਮ ਕਰਨ ਦੀ ਤਾਕਤ ਆਊਗੀ। ਜਦ ਤਾਕਤ ਆਊਗੀ ਫਿਰ ਇਹ ਕਹੂਗਾ ਮੈਂ ਕਰਦਾ। ਫਿਰ ਜਦੋਂ ਮੈਂ ਕਰਦਾ ਫਿਰ ਭੋਗਣਾ ਵੀ ਤੈਨੂੰ ਹੀ ਪੈਣਾ। अंते कर्ण रूप तरकस में कर्म बाण बासा नित प्रतल है। ਉਦਾਹਰਨ ਦੇ ਤੌਰ ਤੇ ਯੋਧੇ ਕੋਲੇ ਮੋਢੇ ਤੇ ਪੱਥਾ ਟੰਗਿਆ ਹੁੰਦਾ, ਤੀਰ ਵਿੱਚ ਪਏ ਹੁੰਦੇ ਆ, ਪਰ ਉਹ ਤੀਰ ਕਿਸੇ ਦੇ ਨਹੀਂ ਵੱਜਦੇ। ਕਮਾਨ ਸੱਜੇ ਹੱਥ 'ਚ ਹੁੰਦਾ ਹੈ, ਤੀਰ ਖੱਬੇ ਮੋਢੇ ਟੰਗੇ ਪਏ ਰਹਿੰਦੇ ਨੇ। ਉਹ ਤੀਰ ਕਦੋਂ ਕੰਮ ਕਰਦੇ ਆ? ਜਦੋਂ ਮਨੁੱਖ ਦਾ ਖਿਆਲ ਬਣਿਆ, ਚੇਤਨਾ ਸੁਰਤ ਵਿੱਚ ਖਿਆਲ ਆਇਆ ਵੀ ਤੀਰ ਚਲਾਉਣਾ ਸੀਗਾ, ਕੱਢਿਆ, ਕਮਾਨ 'ਚ ਫਿੱਟ ਕੀਤਾ, ਛੱਡਿਆ ਤੇ ਉਹਨੇ ਕੰਮ ਕੀਤਾ। ਕੋ ਸਤਨਾਮ। ਇਸੇ ਤਰ੍ਹਾਂ ਹੀ ਆਵਾਜ਼ ਕਹਿੰਦੀ ਹੈ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡ ਚੋਂ ਕਢਾਊਂਗਾ। ਕੋ ਸਤਨਾਮ। ਮੂੰਹ ਚੋਂ ਆਵਾਜ਼ ਕੱਢੀ, ਕੋਈ ਬਚਨ ਚੰਗਾ ਕੱਢੋਗੇ ਸਤਿਕਾਰ ਮਿਲ ਜੂਗਾ, ਮਾੜਾ ਕੱਢੋਗੇ ਤੇ ਫਿਰ ਉਹੋ ਜਿਹਾ ਸਾਡੇ ਨਾਲ ਵਰਤਾਓ ਹੋ ਜੂਗਾ। ਇਸੇ ਕਰਕੇ ਪ੍ਰੀਤਮ ਜੀ ਕਹਿੰਦੇ ਅੰਤਿਸ਼ ਕਰਨ ਰੂਪੀ ਭੱਥਾ ਹੈ। ਧਿਆਨ ਦਿਓ, ਅੰਤਿਸ਼ ਕਰਨ ਰੂਪੀ ਭੱਥਾ ਹੈ। ਕਰਮ ਜਿਹੜਾ ਹੈ ਅਸੀਂ ਰੋਜ਼ ਕਰਦੇ ਹਾਂ, ਕਰਮ ਬਹੁਤ ਹੈ। ਇਹ ਮਾਨੋ ਤੀਰਾਂ ਦੀ ਨਿਆਈ ਹਨ, ਪਰ ਇਹ ਅੰਤਿਸ਼ ਕਰਨ ਵਿੱਚ ਪਏ ਰਹਿੰਦੇ ਹਨ। जो तर्कस ते तीर निकारा ऐच तो नख छुट चलियो अगारा। ਤੇ ਜਦੋਂ ਸੂਰਮੇ ਨੇ ਯੋਧੇ ਨੇ ਤਰਕਸ਼ ਭੱਥੇ ਵਿੱਚੋਂ ਇੱਕ ਤੀਰ ਕੱਢਿਆ, ਕਮਾਨ ਤੇ ਚੜਾਇਆ ਤੇ ਛੱਡ ਦਿੱਤਾ। अपनो बेगस सब ही करके निष्फल होत रहे तर परके। ਉਹ ਬਣ ਗਿਆ ਕਰਮ। ਅਸੀਂ ਖਿੱਚਿਆ ਛੱਡਿਆ, ਉਹ ਸਾਡਾ ਕਰਮ ਬਣ ਗਿਆ ਤੇ ਕਰਮ ਨੇ ਆਪਣਾ ਕਰਮ ਕਰ ਦਿੱਤਾ। ਬੜੀ ਤੇਜ਼ੀ ਨਾਲ ਜਾਂਦਾ ਹੈ, ਜਿੱਥੇ ਨਿਸ਼ਾਨਾ ਬਿੰਨਿਆ ਉੱਥੇ ਜਾ ਕੇ ਵੱਜਦਾ ਹੈ ਤੇ ਕਰਮ ਆਪਣਾ ਕਰਮ ਕਰ ਜਾਂਦਾ ਹੈ। ਉਸ ਤੋਂ ਬਾਅਦ ਉਹਦਾ ਫਲ ਮਿਲਦਾ ਹੈ ਤੀਰ ਚਲਾਉਣ ਵਾਲੇ ਨੂੰ, ਜਿਹਨੇ ਗੰਡਾਸਾ ਮਾਰਿਆ, ਜਿਹਨੇ ਗੋਲੀ ਮਾਰੀ ਹੈ। ਫਲ ਕਿਹਨੂੰ ਮਿਲਣਾ? ਜਿਹਨੇ ਚਲਾਇਆ। ਕੋ ਸਤਨਾਮ। ਕਰਮ ਤਾਂ ਕਹਿੰਦਾ ਤੂੰ ਚੰਗੇ ਕਰਮ ਕਰੇਗਾ ਮੈਂ ਤੈਨੂੰ ਚੰਗਾ ਫਲ ਦੇ ਦੂੰਗਾ। ਮਨੁੱਖ ਦੇ ਤਿੰਨ ਮਿੱਤਰ ਹਨ, ਇੱਕ ਰਿਸ਼ਤੇਦਾਰ ਸਾਕ ਸੰਬੰਧੀ, ਇੱਕ ਮਾਇਆ ਤੇ ਇੱਕ ਕਰਮ। ਮਾਇਆ ਮਨੁੱਖ ਦੀ ਉਹਨਾਂ ਚਿਰ ਮਿੱਤਰ ਹੈ ਜਿੰਨਾ ਚਿਰ ਇਹ ਜਿਉਂਦਾ। ਜਦੋਂ ਇਹ ਚੋਂ ਆਤਮਾ ਨਿਕਲ ਗਈ ਫਿਰ ਮਾਇਆ ਇਹਦੀ ਨਹੀਂ ਕਿਸੇ ਹੋਰ ਦੀ ਹੋ ਗਈ। ਕਹੋ ਸਤਨਾਮ। ਰਿਸ਼ਤੇਦਾਰ ਸਾਕ ਸੰਬੰਧੀ ਉਹਨਾਂ ਚਿਰ ਮਿੱਤਰ ਹੈ ਜਿੰਨਾ ਚਿਰ ਇਹ ਜਿਉਂਦਾ। ਮਰਨ ਤੋਂ ਬਾਅਦ ਸੰਸਕਾਰ ਲੈ ਗਏ, ਚਿਖਾ ਤੇ ਰੱਖਤਾ, ਅਗਨ ਦੇਤੀ, ਤੇ ਜਿਹੜੇ ਪਹਿਲਾਂ ਕਹਿੰਦੇ ਸੀ ਹਾਏ ਮੇਰਾ ਪੁੱਤ, ਹਾਏ ਮੇਰੀ ਧੀ, ਅੱਜ ਕੱਲ੍ਹ ਤਾਂ ਕਰੋਨਾ ਨੇ ਦੱਸਤਾ ਬਜ਼ੁਰਗਾਂ ਦੇ ਸਰੀਰ ਵੀ ਨਹੀਂ ਲੈ ਕੇ ਆਉਂਦੇ, ਡਰਦੇ ਵੀ ਸਾਨੂੰ ਨਾ ਹੋ ਜੇ ਕਿਤੇ। ਕਹੋ ਸਤਨਾਮ। ਹੁਣ ਉਹਨਾਂ ਨੇ ਪ੍ਰਥਾਏ ਡੱਕੇ ਤੋੜ ਕੇ ਸਿੱਟਦੇ ਆ ਲੋਕ। ਇੱਕ ਰੀਤ ਚੱਲੀ ਹੋਈ ਆ, ਜਦੋਂ ਤੁਰਦੇ ਆ ਨਾ ਮੁੜਦੇ ਆ ਚਿਖਾ ਦੇ ਕੋਲੋਂ ਅਗਨ ਭੇਟ ਕਰਕੇ ਉਹਨੂੰ, ਫਿਰ ਉੱਥੇ ਡਿੱਗੇ ਹੋਏ ਡੱਕੇ ਚੱਕਦੇ ਆ, ਡੱਕਾ ਤੋੜ ਕੇ ਸਿੱਟ ਦਿੰਦੇ ਆ। ਕਿਸੇ ਨੇ ਪੁੱਛਿਆ ਵੀ ਕੀ ਮਤਲਬ? ਕਹਿੰਦੇ ਪਤਾ ਨਹੀਂ, ਲੋਕ ਸਿੱਟਦੇ ਮੈਂ ਵੀ ਸਿੱਟਤਾ। ਉਹਦਾ ਮਤਲਬ ਇਹ ਹੈ ਤੇਰੀ ਤੇ ਸਾਡੀ ਟੁੱਟੀ। ਲੈ ਮਿੱਤਰਾ ਹੁਣ ਤੂੰ ਜਿੱਦ ਆਪਦੇ ਕਰਮਾਂ ਮੁਤਾਬਕ ਜਾ, ਸਾਡੇ ਘਰੇ ਆਉਣ ਦੀ ਲੋੜ ਨਹੀਂ। ਹੁਣ ਕਹੋ ਸਤਨਾਮ। ਆਪਾਂ ਕੋਈ ਦੋਸਤੀ ਨਹੀਂ ਆਪਣੀ, ਤੇ ਮੰਨਦਿਆਂ ਦੇ ਪੀਰ ਪਰਾਉਣੇ ਤੇ ਜਿਹੜਾ ਮੰਨੂਗਾ ਉੱਥੇ ਫਿਰ ਆਉਣਗੇ। ਕਹੋ ਸਤਨਾਮ। ਇਸ ਕਰਕੇ ਤੀਸਰਾ ਮਿੱਤਰ ਹੈ ਕਰਮ। ਤੋ ਮਨੁੱਖ ਜਿਹੜਾ ਮਿੱਤਰ ਹੈ ਇਹ ਸੰਸਕਾਰ ਤੱਕ ਮਿੱਤਰ ਹੈ, ਉਸ ਤੋਂ ਬਾਅਦ ਨਹੀਂ। ਕਈ ਤਾਂ ਪਹਿਲੇ ਛੱਡ ਜਾਂਦੇ ਹੈ। ਨਾਨਕ ਕਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਇਹ ਮਰਨ ਤੋਂ ਬਾਅਦ ਵੀ ਸੰਭਾਲੂਗਾ, ਇਹ ਤੈਨੂੰ ਜਿਉਂਦੇ ਨੂੰ ਛੱਡ ਜਾਣ ਕੋਈ ਵੱਡੀ ਗੱਲ ਨਹੀਂ। ਕਹੋ ਸਤਨਾਮ। ਛੱਡ ਸਕਦੇ। ਪ੍ਰੀਤਮ ਜੀ ਕਹਿੰਦੇ ਸਿੱਖਾ ਇਸ ਤਰ੍ਹਾਂ ਮਨੁੱਖ ਜਿਹੜਾ ਹੈ
ਆਪਣੇ ਵੇਗ ਦੇ ਨਾਲ ਕਰਮ ਜਾਂਦਾ ਹੈ ਤੇ ਕਰਮ ਕਰਕੇ ਆਪਣਾ ਕੰਮ ਉਹਦਾ ਪੂਰਾ ਹੋ ਗਿਆ। ਤੇ ਕਰਮ ਜਿਹੜਾ ਤੀਸਰਾ ਮਿੱਤਰ ਹੈ ਮਨੁੱਖ ਦਾ, ਇਹ ਮਿੱਤਰ ਜਾਂਦਾ ਹੈ ਆਤਮਾ ਦੇ ਨਾਲ ਧੁਰ ਤੱਕ, ਰੂਹ ਦੇ ਨਾਲ ਜਿੱਥੋਂ ਤੱਕ ਇਹ ਜਾਂਦੀ ਹੈ। ਜਿੰਨਾ ਚਿਰ ਉਹ ਕਰਮ ਆਪਣਾ ਹਿਸਾਬ ਕਿਤਾਬ ਕਰ ਨਹੀਂ ਦਿੰਦਾ ਉਹਨਾਂ ਚਿਰ ਉਹ ਖਤਮ ਨਹੀਂ ਹੁੰਦਾ। ਇਹਨੂੰ ਕਹਿੰਦੀ ਹੈ ਕਰਮਾਂ ਦੇ ਫਲ ਭੋਗਣੇ। ਪ੍ਰਾਨ ਬੰਦ ਹੈ ਜਾਪੋ ਨਾਮ, ਦੇ ਫਲ ਸਭ ਕੋ ਹੋਏ ਵਿਰਾਮ। ਹਾਂ, ਇਹ ਕਰਮ ਕਦੋਂ ਆਰਾਮ ਕਰਦਾ ਹੈ? ਵਿਰਾਮ ਦਾ ਮਤਲਬ ਹੈ ਆਰਾਮ। ਇਹ ਕਰਮ ਕਦੋਂ ਖਤਮ ਹੁੰਦਾ ਹੈ? ਕਰਮ ਉਦੋਂ ਖਤਮ ਹੁੰਦਾ ਹੈ ਜਦੋਂ ਮਨੁੱਖ ਨੇ ਕਰਮ ਕੀਤਾ, ਉਸ ਕਰਮ ਦਾ ਜਿਹੜਾ ਫਲ ਹੈ ਉਹ ਪਰਾਲਬਧ ਹੈ। ਜਦੋਂ ਬੰਦੇ ਨੂੰ ਪਰਾਲਬਧ ਮਿਲ ਗਈ ਤੇ ਮਾਨੋ ਇਹਦੇ ਕਰਮ ਦਾ ਫਲ ਇਹਨੂੰ ਮਿਲ ਗਿਆ ਤੇ ਕਰਮ ਸਮਾਪਤ ਹੋਇਆ ਜੀ। ਤੇਰੇ ਤਰਕ ਸਮੇਂ ਜੇਤਕ ਬਾਨ, ਤਿਨ ਕੋ ਸੰਚਿਤ ਨਾਮ ਬਖਾਨ। ਔਰ ਭੱਥੇ ਦੇ ਵਿੱਚ ਜਿਹੜੇ ਤੀਰ ਪਏ ਹਨ ਉਹ ਤੁਹਾਡੇ ਸੰਚਿਤ ਕਰਮ ਹੈ, ਤੂੰ ਇਕੱਠੇ ਕਰਕੇ ਰੱਖ ਲਏ ਹਨ। ਕਹੋ ਸਤਨਾਮ। ਅੱਜ ਦੇ ਨਹੀਂ, ਜਿੱਥੋਂ ਜਿੱਥੋਂ ਦੀ ਲੰਘ ਕੇ ਆਏ ਹੋ ਤੁਸੀਂ, ਸਵੇਰੇ ਕੁੜਤਾ ਪਾਇਆ, ਕੱਪੜੇ ਆਪਾਂ ਸਵੇਰੇ ਪਾਏ ਨਾ, ਸ਼ਾਮ ਤੱਕ ਇਹਨਾਂ ਨੂੰ ਮੈਲ ਲੱਗ ਜੂਗੀ। ਜਿੱਥੋਂ ਜਿੱਥੋਂ ਟੱਪਾਂਗੇ ਉੱਥੋਂ ਉੱਥੋਂ ਅਸੀਂ ਗਰਦਾ ਮਿੱਟੀ ਮੈਲ, ਜੇ ਤੇਲ ਕੋਲ ਦੀ ਟੱਪੇ ਕਾਲਾ ਤੇਲ ਲੱਗ ਸਕਦਾ ਕੁੜਤੇ ਨੂੰ, ਕਿਤੋਂ ਕੁਛ, ਕਿਸੇ ਨੂੰ ਕਿਸੇ ਕੁਛ ਲੱਗ ਸਕਦਾ ਨਾ। ਇਸੇ ਤਰ੍ਹਾਂ ਹੀ ਜਿਹੜੀਆਂ ਜੂਨਾਂ ਵਿੱਚੋਂ ਲੰਘ ਕੇ ਆਏ ਉਹਨਾਂ ਨੇ ਸੰਸਕਾਰ ਨਾਲ ਚੱਕ ਲਿਆਏ। ਕਹੋ ਸਤਨਾਮ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਜਗ੍ਹਾ ਜਗ੍ਹਾ ਤੋਂ ਇਹ ਸੰਚਿਤ ਕਰਦਾ ਰਿਹਾ, ਇਕੱਠੇ ਕਰਦਾ ਰਿਹਾ ਤੇ ਆਪਣੀ ਮੈਮਰੀ ਵਿੱਚ ਰੱਖਦਾ ਰਿਹਾ। ਕਹੋ ਸਤਨਾਮ। ਮੈਮਰੀ ਕੇਵਲ ਬੰਦੇ ਕੋਲੇ ਨਹੀਂ, ਕੁੱਤਿਆਂ ਬਿੱਲਿਆਂ ਕੋਲੇ ਵੀ ਆ। ਉਹਨਾਂ ਨੂੰ ਅਗਿਆਨਤਾ ਹੈ, ਤੁਹਾਡੇ ਕੋਲੇ ਥੋੜਾ ਗਿਆਨ ਹੈ। ਕਹੋ ਸਤਨਾਮ। ਆਪਣੀ ਮੈਮਰੀ ਵਿੱਚ ਰੱਖਦਾ ਆ ਰਿਹਾ ਕਈ ਜਨਮਾਂ ਤੋਂ। ਕਈਆਂ ਦਾ ਸੁਭਾਅ ਬੜਾ ਕੁੱਤੇ ਵਰਗਾ ਹੈ, ਲਾਲਚੀ, ਔਰ ਅਸੀਂ ਦਫ਼ਤਰਾਂ 'ਚ ਕਹਿ ਦਿੰਦੇ ਹਾਂ ਅਫਸਰਾਂ ਨੂੰ ਕਈ ਵਾਰੀ, ਇਹ ਬੜਾ ਲਾਲਚੀ ਹੈ, ਜਮਾ ਕੁੱਤਿਆਂ ਵਰਗਾ, ਗੱਲ ਗੱਲ ਤੇ ਪੈਸੇ ਮੰਗਦਾ। ਕਹੋ ਸਤਨਾਮ। ਭਾਵ ਉਹਨਾਂ ਜੂਨੀਆਂ 'ਚੋਂ ਟੱਪ ਕੇ ਆਇਆ ਮਨੁੱਖ। ਕਈਆਂ ਦਾ ਕ੍ਰੋਧੀ ਆ, ਬਘਿਆੜ ਵਰਗਾ, ਕਈਆਂ ਦਾ ਸੁਭਾਅ ਕਿਹੋ ਜਿਹਾ, ਕਈਆਂ ਦਾ ਕਿਹੋ ਜਿਹਾ। ਇਹ ਸੰਸਕਾਰ ਆਪਾਂ ਸੰਚਿਤ ਕੀਤੇ ਕਰਮ ਹਨ ਆਪਣੇ, ਜਿਹੜੇ ਆਪਾਂ ਸੁਰਤ ਦੇ ਭੱਥੇ ਵਿੱਚ ਇਕੱਠੇ ਕਰ ਲਏ ਤੇ ਸਮੇਂ ਸਮੇਂ 'ਤੇ ਉਹ ਬੀਜ ਨਿਕਲਦੇ ਰਹਿੰਦੇ ਆ। ਜਾਂ ਇਉਂ ਕਹਿ ਦਿਓ ਕਿ ਇਹ ਕਰਮਿਕ ਬੀਜਾਂ ਦੀ ਪੈਕਿੰਗ ਸਾਡੇ ਅੰਦਰ ਰੱਖਤੀ ਪਰਮੇਸ਼ਰ ਨੇ। ਜੋ ਕੁਛ ਪਾਇਆ ਸੋ ਇੱਕਾ ਬਾਰ, ਤੂੰ ਪਿਛਲੇ ਜਨਮ ਵਿੱਚ ਆ ਕਰਮ ਕੀਤੇ ਆ, ਹੁਣ ਤੈਨੂੰ ਇਹ ਅੱਗੇ ਭੋਗਣੇ ਪੈਣੇ ਆ। ਕਿਸੇ ਨੂੰ ਸੁੱਖ ਦੇ ਰੂਪ 'ਚ, ਕਿਸੇ ਨੂੰ ਦੁੱਖ ਦੇ ਰੂਪ 'ਚ। ਛੋਟੀ ਜਿਹੀ ਕਹਾਣੀ ਯਾਦ ਆ ਗਈ ਇੱਕ ਬ੍ਰਾਹਮਣ ਦੀ। ਤਾਂ ਕੀ ਹੋਇਆ, ਉਸ ਬ੍ਰਾਹਮਣ ਦਾ ਬੜਾ ਨਾਂ ਚੱਲਦਾ ਸੀ, ਦੁਨੀਆ ਬੜਾ ਪਿਆਰ ਕਰਦੀ, ਸਤਿਕਾਰ ਕਰਦੀ। ਤੇ ਇੱਕ ਉਸ ਦਾ ਦੋਸਤ ਮਿੱਤਰ ਨੂੰ ਮਿਲਣ ਆ ਗਏ ਤੇ ਬ੍ਰਾਹਮਣ ਘਰੇ ਨਹੀਂ ਸੀਗਾ। ਆਵਾਜ਼ ਮਾਰੀ, ਪੰਡਤ ਜੀ। ਬੀਬੀ ਬਾਹਰ ਆਈ। ਹਾਂ ਭਾਈ। ਮਾਤਾ ਜੀ ਸ਼ਰਮਾ ਜੀ, ਪੰਡਤ ਜੀ ਕਿੱਥੇ ਆ? ਇੱਥੇ ਕਿਤੇ ਭੌਂਕਦਾ ਫਿਰਦਾ ਹੋਊਗਾ, ਦੱਸ ਕੇ ਨਹੀਂ ਜਾਂਦਾ, ਵਾਸਤਾ ਨਹੀਂ। ਕਹੋ ਸਤਨਾਮ। ਉਹ ਹੈਰਾਨ ਹੋ ਗਿਆ ਵੀ ਅਸੀਂ ਤਾਂ ਬਾਹਰ ਬਾਬਾ ਜੀ ਕਰਦੇ ਆ, ਇਹ ਕਿਵੇਂ ਬੋਲਦੀ, ਇਹਨੂੰ ਪਛਾਣ ਨਹੀਂ। ਕਿੰਨਾ ਚਿਰ ਤਾਂ ਸੋਚਾਂ ਡੁੱਬਿਆ ਤੇ ਬਾਹਰ ਗਲੀ 'ਚ ਬਹਿ ਗਿਆ। ਚੱਲ ਕਹਿੰਦੇ ਹੁਣ ਇਹਨੂੰ ਬੁਲਾਉਂਦੇ ਨਹੀਂ ਆਪਾਂ, ਇਹ ਤਾਂ ਪੁੱਠਿਆ ਪੈ ਗਈ। ਇੰਨੇ ਪੰਡਤ ਜੀ ਆ ਗਏ। ਨਮਸਕਾਰ ਜੀ। ਹਾਂ ਮਿੱਤਰਾ ਆਓ, ਬਸ ਉਹਨੂੰ ਮਿਲਣ ਆਏ ਸੀ, ਪਰ ਮੈਂ ਕੀ ਦੇਖਦਾ ਯਾਰ। ਕਿਉਂ? ਮੈਂ ਘਰੇ ਆ ਕੇ ਪੁੱਛਿਆ ਤੇ ਬੀਬੀ ਕਹਿੰਦੀ ਇੱਥੇ ਕਿਤੇ ਭੌਂਕਦਾ ਫਿਰਦਾ ਹੋਊਗਾ, ਦੱਸ ਕੇ ਨਹੀਂ ਜਾਂਦਾ। ਉਹ ਕਹਿੰਦਾ ਤੂੰ ਇਸ ਗੱਲ ਨੂੰ ਛੱਡ, ਤੂੰ ਜੇ ਕੰਮ ਆਇਆ ਉਹ ਦੱਸ। ਕਹਿੰਦੀ ਕਹਿੰਦਾ ਪਹਿਲਾਂ ਇਸੇ ਦਾ ਨਿਪਟਾਰਾ ਕਰ ਵੀ ਇਹਦਾ ਕਾਰਨ ਕੀ ਹੈ। ਅਸੀਂ ਤੈਨੂੰ ਬਾਬਾ ਜੀ ਕਰਦੇ ਆਏ, ਤੈਨੂੰ ਐਂ ਬੋਲਦੀ ਆ। ਗੁੱਸਾ ਵੀ ਆ ਗਿਆ। ਸਤਿਕਾਰਯੋਗ ਬੰਦਾ ਸੀ ਉਹਨਾਂ ਦੀ ਨਿਗਾਹ 'ਚ। ਕਹਿੰਦਾ ਇਹ ਬੜੀ ਲੰਮੀ ਚੌੜੀ ਕਹਾਣੀ ਹੈ, ਤੂੰ ਛੱਡ ਖੜਾ। ਕਹਿੰਦਾ ਨਹੀਂ, ਦੱਸ ਕੇ ਪੁੱਛ ਕੇ ਜਾਊਂਗਾ, ਪਹਿਲਾਂ ਤੇ ਇਹੀ ਕਹਾਣੀ ਪੁੱਛੂੰ ਅੱਜ ਤੇ। ਕਹਿੰਦਾ ਪਿਛਲੇ ਜਨਮ ਦੇ ਵਿੱਚ ਸਾਡਾ ਹਿਸਾਬ ਕਿਤਾਬ ਸੀ, ਉਹ ਬਰਾਬਰ ਕਰ ਰਹੇ ਆ। ਕਹਿੰਦੇ ਕਾਰਨ ਕੀ? ਕਹਿੰਦੇ ਮੈਨੂੰ ਜਿਵੇਂ ਪਤਾ ਲੱਗਿਆ ਕਿ ਮੈਂ ਪਿਛਲੇ ਜਨਮ ਦੇ ਵਿੱਚ ਕਾਂ ਸੀਗਾ ਤੇ ਇਹ ਗਧੀ ਦੇ ਰੂਪ 'ਚ ਸੀਗੀ। ਕਹੋ ਸਤਨਾਮ। ਤੇ ਹਰਿਦੁਆਰ ਦੇ ਇਲਾਕੇ 'ਚ ਅਸੀਂ ਪੈਦਾ ਹੋਏ ਸੀਗੇ। ਇਹਦੀ ਰੀੜ੍ਹ ਦੀ ਹੱਡੀ ਦੇ ਉੱਤੇ ਜ਼ਖਮ ਸੀਗਾ ਤੇ ਮੈਂ ਬਾਰ-ਬਾਰ ਇਹਦੇ ਜ਼ਖਮ 'ਚ ਠੁੰਗਾ ਮਾਰਦਾ ਸੀ। ਕਹੋ ਸਤਨਾਮ। ਇਹਦਾ ਮਾਸ ਪੱਟ ਕੇ ਖਾਂਦਾ ਸੀ, ਔਰ ਜਦੋਂ ਇਹ ਹਲਦੀ ਤੇ ਮੈਂ ਉੱਡ ਜਾਂਦਾ। ਚਲਾਕ ਬੜਾ ਸੀਗਾ ਤੇ ਮੈਂ ਇਹਦੇ ਬਾਰ-ਬਾਰ ਮਾਸ ਪੱਟਣਾ ਤੇ ਇੱਕ ਦਿਨ ਰੀੜ੍ਹ ਦੀ ਹੱਡੀ ਵਿੱਚ ਮੇਰੀ ਠੁੰਗ ਫਸ ਗਈ। ਕਹੋ ਸਤਨਾਮ। ਜਦ ਠੁੰਗ ਫਸੀ ਤੇ ਭੱਜੀ, ਡਰਦੀ ਮਾਰੀ ਗੰਗਾ 'ਚ ਵੜ ਗਈ, ਗੰਗਾ ਦੇ ਵਿੱਚ ਡੁੱਬ ਗਈ। ਇਹ ਵੀ ਮਰ ਗਈ ਤੇ ਮੈਂ ਵੀ ਮਰ ਗਿਆ। ਕਹੋ ਸਤਨਾਮ। ਉਹ ਗੰਗਾ ਦੇ ਵਿੱਚ ਸਾਡਾ ਮਿਲਾਪ ਹੋਇਆ
ਤੇ ਦੁਬਾਰੇ ਪਰਮੇਸ਼ਰ ਨੇ ਸੰਯੋਗ ਬਣਾਤੇ। ਆ ਹੁਣ ਸਾਡਾ ਵਿਆਹ ਹੋ ਗਿਆ। ਕਹੋ ਸਤਨਾਮ। ਬਸ ਹੁਣ ਪੁਰਾਣਾ ਹਿਸਾਬ ਕਿਤਾਬ ਹੈ, ਇਸ ਕਰਕੇ ਮੈਂ ਸੋਚ ਛੱਡਿਆ ਵੀ ਪਹਿਲਾਂ ਤੂੰ ਕੀਤੀਆਂ ਹੁਣ ਤੂੰ ਭੋਗ। ਇਸ ਕਰਕੇ ਬਹੁਤਾ ਫਿਕਰ ਨਹੀਂ ਇਹੋ ਜਿਹੀਆਂ ਗੱਲਾਂ ਕਰੀਦਾ, ਇਹ ਇਦਾਂ ਹੀ ਚੱਲਦਾ ਹੈ। ਤੂੰ ਆਪਦੀ ਗੱਲ ਦੱਸ। ਕਹਿੰਦੇ ਬਸ ਠੀਕ ਹੈ ਪੰਡਤ ਜੀ, ਮੈਂ ਤਾਂ ਕਰਮਾਂ ਦਾ ਹਿਸਾਬ ਕਿਤਾਬ ਪੁੱਛਣਾ ਸੀਗਾ, ਪਰ ਤੁਸੀਂ ਤਾਂ ਮੈਨੂੰ ਤਜਰਬਾ ਹੀ ਕਰਾ ਦਿੱਤਾ ਹੈ। ਇਸ ਕਰਕੇ ਧਨੁਸ਼ੇ ਜੇ ਸੋ ਜੋਰਿਓ ਜੋਏ, ਨਾਮ ਸੋ ਕਿਰੇ ਮਾਨ ਤਿਸ ਹੋਏ। ਹਾਂ, ਕਰਮ ਕਦੋਂ ਕਰਮ ਬਣਦਾ ਹੈ? ਬਿਨ ਤਰਕਸ਼ ਥਿਰ ਤਰਕਸ਼ ਮੈਂ ਜੇਤ ਕਬਾਣ। ਜਿੰਨੇ ਕਮਾਨ ਜਿੰਨੇ ਤੀਰ ਭੱਥੇ ਵਿੱਚ ਪਏ ਨ, ਤਿਨ ਕੇ ਸੰਚਿਤ ਨਾਮ ਮਖਾਣ। ਇਹ ਤੁਹਾਡੀ ਸੁਰਤ ਦੇ ਭੱਥੇ ਵਿੱਚ ਸੰਚਿਤ ਕੀਤੇ ਹੋਏ ਕਰਮ ਹਨ। ਕਹੋ ਸਤਨਾਮ। ਇਕੱਠੇ ਕੀਤੇ ਹੋਏ ਕਰਮ ਹਨ। ਜਿੰਨਾ ਚਿਰ ਕਰਮਾਂ ਨੂੰ ਸਮਾਂ ਨਹੀਂ ਮਿਲਦਾ, ਸੰਯੋਗ ਨਹੀਂ ਬਣਦਾ, ਉਹਨਾਂ ਚਿਰ ਇਹ ਧਨੁਸ਼ ਇਹ ਤੀਰ ਕੁਛ ਨਹੀਂ ਕਰ ਸਕਦੇ, ਭੱਥੇ 'ਚ ਪਏ ਰਹਿਣਗੇ। ਜਦੋਂ ਸੰਯੋਗ ਬਣੂਗਾ ਕਰਮ ਦੇ ਫਲ ਭੋਗਣ ਦਾ, ਤੈਨੂੰ ਕੋਈ ਫਲ ਭੋਗਾਉਣਾ ਹੋਊਗਾ, ਉਦੋਂ ਤੂੰ ਮਿੱਤਰਾ। ਪ੍ਰੀਤਮ ਜੀ ਕਹਿੰਦੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਧਨੁਸ਼ ਜਿਹੇ ਸੋ ਜੋਰਿਓ ਜੋਏ। ਤੇ ਜਿਹੜਾ ਤੀਰ ਕੱਢ ਕੇ ਤੂੰ ਧਨੁਸ਼ ਵਿੱਚ ਜੋੜ ਲਿਆ, ਨਾਮ ਸੋ ਕਿਰੇ ਮਾਨ ਤਿਸ ਹੋਏ। ਉਹ ਕਿਰੇਮਾਨ ਕਰਮ ਭਾਵ ਉਹ ਚਾਲੂ ਹੋ ਗਿਆ ਕਰਮ। ਜਿੰਨਾ ਚਿਰ ਪਿਆ ਸੀ ਭੱਥੇ 'ਚ ਪਿਆ ਸੀਗਾ, ਉਹਨੇ ਨਾ ਤੈਨੂੰ ਸੁੱਖ ਦੇਣਾ ਸੀ ਨਾ ਦੁੱਖ ਦੇਣਾ ਸੀ। ਪਰ ਜਦੋਂ ਤੂੰ ਉਹ ਤੀਰ ਕੱਢ ਕੇ ਪਾ ਲਿਆ ਕਮਾਨ ਦੇ ਵਿੱਚ ਤੇ ਕਿਸੇ ਦੇ ਮਾਰ ਦਿੱਤਾ, ਉਥੋਂ ਤੇਰਾ ਕਿਰੇਮਾਨ ਕਰਮ ਬਣ ਗਿਆ ਜੀ। ਜਿਨ ਕਰਮਨ ਕੋ ਦਿਓ ਸਰੀਰ, ਪ੍ਰਾਰਬਧ ਸੋ ਜਾਨੋ ਤੀਰ। ਜਿਨ੍ਹਾਂ ਕਰਮਾਂ ਦੇ ਵਾਸਤੇ ਤੈਨੂੰ ਸਰੀਰ ਦਿੱਤਾ ਹੈ, ਉਸ ਨੂੰ ਪਰਮੇਸ਼ਰ ਨੇ ਧੀਰ ਜਵਾਨੋ ਪਰਾ ਲਬਧ ਕਿਹਾ ਹੈ। ਅਨਕ ਜਨਮ ਕੇ ਕਰੇ ਇਕੱਤਰ, ਸੋ ਸੰਚਿਤ ਹੈ ਨਾਮ ਵਿਚਿਤਰ। ਭਾਈ ਸਾਹਿਬ ਵੀ ਦੱਸਦੇ ਹੈ ਕਿ ਇੱਕ ਜਨਮ ਦੇ ਨਹੀਂ, ਪਿਛਲੇ ਕਈ ਜਨਮਾਂ ਦੇ। ਬੰਦੇ ਨੂੰ ਰੋਣ ਦੀ ਲੋੜ ਨਹੀਂ, ਜਿਹਨੂੰ ਬ੍ਰਹਮ ਗਿਆਨ ਹੋ ਗਿਆ ਉਹ ਨਹੀਂ ਰੋਂਦਾਗਾ। ਉਹ ਕਹਿੰਦਾ ਠੀਕ ਆ, ਉਹ ਇੱਧਰ ਹੀ ਸੁਣਦਾ ਇੱਧਰ ਕੱਢ ਦਿੰਦਾ, ਤੇ ਜਾਂ ਮੰਨ ਲੈਂਦਾ ਕਿ ਮੇਰੇ ਕੀਤੇ ਕਰਮਾਂ ਦਾ ਫਲ ਹੈ। ਕਹੋ ਸਤਨਾਮ। ਜਿਹਨੂੰ ਸਮਝ ਆ ਗਈ ਇਹ ਕਰਮਾਂ ਦਾ ਫਲ ਹੈ, ਉਹ ਕਦੇ ਵੀ ਇਸ ਗੱਲ ਦੀ ਚਿੰਤਾ ਨਹੀਂ ਕਰਦਾ। ਜਿਸ ਤਰ੍ਹਾਂ ਭਿਖਾਰੀ ਜੀ ਦੇ ਬਚਨ ਆਪ ਜਾਣਦੇ ਹੋ, ਕਈ ਵਾਰੀ ਰਿਪੀਟ ਕੀਤੀ ਕਹਾਣੀ ਹੈ। ਭਿਖਾਰੀ ਜੀ ਨੂੰ ਜਦੋਂ ਭਾਈ ਸਾਹਿਬ ਜੀ ਪੁੱਛਦੇ ਆ ਜਾ ਕੇ, ਗੁਰੂ ਅਰਜਨ ਦੇਵ ਜੀ ਦੇ ਭੇਜੇ ਹੋਏ ਸਿੱਖ ਪੁੱਛਣ ਤਾਂ ਗਏ ਸੀ ਗੁਰਮੁਖਾਂ ਦੀ ਕੀ ਨਿਸ਼ਾਨੀ ਆ, ਪਰ ਗਾਹ ਭਾਈ ਭਿਖਾਰੀ ਜੀ ਦੇ ਘਰੇ ਕੜਾਹੀ ਚੜੀ ਹੋਈ ਆ। ਪੁੱਛਿਆ ਵੀ ਇਹ ਭਿਖਾਰੀ ਦਾ ਘਰ? ਹਾਂ ਜੀ। ਕਿਵੇਂ ਆ? ਲੜਕੇ ਦਾ ਵਿਆਹ ਰੱਖਿਆ ਜੀ। ਅੱਛਾ ਅੱਛਾ, ਠੀਕ ਆ, ਬਹੁਤ ਵਧੀਆ ਗੱਲ ਹੈ ਭਾਈ, ਵਧਾਈਆਂ ਹੋਣ। ਮੈਨੂੰ ਪੰਜਵੇਂ ਪਾਤਸ਼ਾਹ ਨੇ ਭੇਜਿਆ ਸੀ, ਮੈਂ ਭਿਖਾਰੀ ਜੀ ਨੂੰ ਮਿਲਣਾ ਹੈ। ਕਹਿੰਦੀ ਉੱਧਰ ਬੈਠੀ ਆ ਨੌਰੇ 'ਚ ਮਿਲ ਲਓ। ਉਹ ਨੌਰੇ ਕੰਨੀ ਗਿਆ, ਪਰਲੇ ਪਾਸੇ ਕੰਧ ਟੱਪ ਕੇ, ਵਿਚਾਲ ਦੀ ਬਾਰੀ ਆ। ਉਹ ਨੌਰੇ ਦੇ ਵਿੱਚ ਕੁਝ ਦਰੀਆਂ ਨੂੰ ਸਿਉਈ ਜਾਂਦਾ, ਕੋਲੇ ਇੱਕ ਪੌੜੀ ਜੀ ਬਣਾ ਕੇ ਰੱਖੀ ਆ ਬਾਸ ਜੇ ਬੰਨ੍ਹ ਕੇ। ਮਰਗ ਦਾ ਸਮਾਨ। ਉਹ ਹੈਰਾਨ ਹੋ ਗਿਆ ਸਿੱਖ ਵੀ ਯਾਰ ਇਹਨਾਂ ਦੇ ਵਿਆਹ ਹੈ ਕਿ ਮਰ ਗਿਆ, ਸਮਝ ਨਹੀਂ ਆਉਂਦੀ। ਲੱਡੂ ਬਣੀ ਜਾਂਦੀ ਆ, ਵਿਆਹ ਦੇ ਗੀਤ ਬੀਬੀਆਂ ਗਾ ਰਹੀਆਂ। ਤੋ ਭਿਖਾਰੀ ਜੀ ਨੂੰ ਪੁੱਛ ਹੀ ਲਿਆ, ਰਿਹਾ ਨੇ ਗਿਆ ਭਾਈ ਸਾਹਿਬ ਜੀ ਆਪਣੇ ਕੀ ਪ੍ਰੋਗਰਾਮ ਹੈ? ਕਹਿੰਦੇ ਲੜਕੇ ਦਾ ਵਿਆਹ। ਉਹ ਤਾਂ ਮੈਂ ਦੇਖ ਰਿਹਾ ਬੀਬੀਆਂ ਗੀਤ ਗਾ ਰਹੀਆਂ ਹੈ, ਪਰ ਆਹ ਸਮਾਨ। ਕਹਿੰਦੇ ਇਹਦੀ ਉਦੋਂ ਬਾਅਦ ਲੋੜ ਪੈਣੀ ਆ। ਕਹੋ ਸਤਨਾਮ। ਕਿਉਂ ਮਹਾਰਾਜ? ਕਹਿੰਦੇ ਵੈਸੇ ਮੈਂ ਤੈਨੂੰ ਦੱਸਣਾ ਨਹੀਂ ਸੀਗਾ, ਪਰਮੇਸ਼ਰ ਦੇ ਕੁਝੇ ਭੇਦ ਨੇ ਇਹ, ਪਰ ਤੈਨੂੰ ਪਾਤਸ਼ਾਹ ਨੇ ਭੇਜਿਆ ਦੱਸ ਦੇਣਾ, ਮੇਰੇ ਲੜਕੇ ਦੀ ਸ਼ਾਦੀ ਆ। ਉਹ ਤਾਂ ਮੈਂ ਦੇਖ ਰਿਹਾ। ਤੇ ਦੂਜੇ ਦਿਨ ਉਹਨੇ ਮਰ ਜਾਣਾ ਵਿਆਹ ਤੋਂ ਅਗਲੇ ਦਿਨ। ਮਹਾਰਾਜ ਫਿਰ ਵਿਆਹ ਕਿਉਂ ਕਰਦੇ ਹੋ? ਵਿਆਹ ਨਾ ਕਰੋ। ਕਹਿੰਦੇ ਸੰਯੋਗ ਹੈ। ਉਸ ਲੜਕੀ ਦਾ ਵੀ ਕੋਈ ਹਿਸਾਬ ਕਿਤਾਬ ਹੋਊਗਾ, ਲੜਕੇ ਨਾਲ ਉਹਨੇ ਵੀ ਬਰਾਬਰ ਕਰਨਾ, ਇਹਨੇ ਵੀ ਬਰਾਬਰ ਕਰਨਾ, ਉਹ ਕੋਈ ਨਾ ਕੋਈ ਅਗਲਾ ਪਿਛਲਾ। ਇਹ ਸੰਯੋਗ ਹੈ। ਫਿਰ ਜਿਸ ਨੂੰ ਪਤਾ ਹੀ ਲੱਗ ਗਿਆ ਵੀ ਬੱਚੇ ਨੇ ਮਰ ਜਾਣਾ ਹੈ ਦੂਜੇ ਤੀਜੇ ਦਿਨ, ਤੁਹਾਡਾ ਇੰਨਾ ਪਿਆਰ ਹੈ ਮੇਰੇ ਪ੍ਰੀਤਮ ਗੁਰੂ ਅਰਜਨ ਦੇਵ ਜੀ ਨਾਲ, ਜਾ ਕੇ ਬੇਨਤੀ ਕਰੋ ਵੀ ਮਾਰੇ ਬੱਚੇ ਥੋੜ੍ਹੀ ਉਮਰ ਲੰਬੀ ਕਰ ਦਿਓ, ਉਹ 2-4 ਜਵਾਕ ਹੋ ਜਾਣ ਉਸ ਦੇ। ਕਹਿੰਦੇ ਕਾਹਦੇ ਪਿੱਛੇ ਸਿੱਕਾ, ਫਿਰ ਕਿਹੜਾ ਜਿਉਂਦੇ ਨੇ ਫਿਰ ਵੀ ਮਰ ਜਾਣਾ। ਕਹਿੰਦੇ ਮਰਤਾ ਜਾਣਾ, ਪਰ ਕਹਿੰਦੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਕਿਉਂ ਗੁਰੂ ਸਾਹਿਬ ਨੂੰ ਕਹਿਣਾ। ਕਹੋ ਸਤਨਾਮ। ਪਰ ਆਪਾਂ ਤਾਂ ਘਬਰਾ ਜਾਂਦੇ ਹਾਂ, ਨਿੱਕੀ ਜੀ ਗੱਲ ਤੇ ਆਪਣਾ ਤਾਪ ਚੜਿਆ ਨਹੀਂ ਚੱਲਿਆ ਜਾਂਦਾ। ਕਹੋ ਸਤਨਾਮ। ਇਹ ਤਾਂ ਬਹੁਤ ਵੱਡੀ ਗੱਲ ਆ। ਤੋ ਗੁਰਮੁਖ ਕਹਿਣ ਲੱਗਿਆ ਮਹਾਰਾਜ ਤੁਸੀਂ ਫਿਰ ਲੜਕੀ ਦੇ ਨਾਲ ਵਿਆਹ ਨਾ ਕਰੋ।
ਮਰਤਾ ਇਹਨੇ ਜਾਣਾ, ਕਹਿੰਦੇ ਮਰੂਗਾ ਵਿਆਹ ਕਰਾ ਕੇ, ਉਦੋਂ ਪਹਿਲਾਂ ਮਰਦਾ ਨਹੀਂ। ਕਹੋ ਸਤਿਨਾਮ। ਉਹ ਵੀ ਹੈ ਨਾਲ ਗੱਲ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ, ਮਰਨਾ ਵਿਆਹ ਕਰਾ ਕੇ ਹੀ ਆ, ਤੇ ਵਿਆਹ ਵੀ ਹੋਣਾ ਤੇ ਮੌਤ ਵੀ ਹੋਣੀ ਆ। ਤੇ ਉਹ ਕਹਿਣ ਲੱਗਿਆ ਬਸ ਮੈਂ ਇਹੀ ਪੁੱਛਣ ਆਇਆ ਸੀ ਵੀ ਗੁਰਮੁਖਾਂ ਦੀ ਕੀ ਨਿਸ਼ਾਨੀ ਹੁੰਦੀ ਹੈ। ਜਿਨ੍ਹਾਂ ਨੂੰ ਸਮਝ ਆ ਜਾਂਦੀ ਆ ਉਹ ਪਰਮੇਸ਼ਰ ਦੇ ਭਾਣੇ ਨੂੰ ਸੱਤ ਕਰਕੇ ਮੰਨ ਲੈਂਦੇ ਆ, ਉਹ ਗੁਰਮੁਖ ਹੁੰਦੇ ਆ। ਕਹੋ ਸਤਿਨਾਮ। ਮੇਰੇ ਪ੍ਰੀਤਮ ਜੀ ਕਹਿੰਦੇ, ਦਇਆ ਸਿੰਘ ਜੀ ਕਹਿੰਦੇ ਬਸ ਜਿਹੜੇ ਧਨੁਸ਼ ਵਿੱਚ ਪਏ ਨੇ ਤੀਰ, ਉਹ ਤੁਹਾਨੂੰ ਨਾ ਸੁੱਖ ਦੇਣ ਨਾ ਦੁੱਖ ਦੇਣ, ਪਰ ਜਿਹੜਾ ਤੁਸੀਂ ਕਰਮ ਕਰ ਲਿਆ, ਗੱਲ ਕਹਿੰਦੀ ਆ ਮੈਨੂੰ ਜ਼ੁਬਾਨ ਚੋਂ ਕੱਢ, ਮੈਂ ਤੈਨੂੰ ਪਿੰਡ ਚੋਂ ਕੱਢਾਂ। ਕਹੋ ਸਤਿਨਾਮ। ਕਹਿਣ ਤੋਂ ਬਾਅਦ ਹੀ ਕਢਾਓਗੀ ਨਾ, ਜੇ ਨਹੀਂ ਕਿਹਾ ਤਾਂ ਫਿਰ ਠੀਕ ਹੈ, ਸ਼ਾਂਤੀ ਆ। ਤਾਂ ਇਸੇ ਤਰ੍ਹਾਂ ਹੀ ਜਿਹੜਾ ਤੀਰ ਤੁਸੀਂ ਪੱਥੇ ਚੋਂ ਕੱਢ ਲਿਆ, ਕਰਮਾਂ ਦਾ ਫਲ ਉਸ ਦਾ ਭੋਗਣਾ ਪੈਣਾ ਹੈ। ਤੇ ਜਿਹੜੇ ਇਕੱਠੇ ਹੋਏ ਪਏ ਨੇ ਉਹ ਤੁਹਾਡੇ ਸੰਚਿਤ ਕਰਮ ਹਨ। ਤੇ ਨਾਮ ਕੀ ਕਰਦਾ? ਹੁਣ ਇੱਕ ਬਚਨ ਯਾਦ ਆ ਗਿਆ, ਸਾਂਝਾ ਕਰ ਲਈਏ ਆਪਾਂ ਕਿ ਸਿਮਰਨ ਕੀ ਕਰਦਾ ਹੈ ਕਿ ਸਿਰਮ ਇਹਨਾਂ ਚੰਗੇ ਮਾੜੇ ਸਾਰੇ ਤੀਰਾਂ ਨੂੰ, ਕਰਮਾਂ ਨੂੰ, ਕਰਮਾਂ ਦੇ ਬੀਜਾਂ ਨੂੰ ਸਾੜ ਦਿੰਦਾ। ਕਹੋ ਸਤਿਨਾਮ। ਇਸ ਕਰਕੇ ਜੀਵ ਨੂੰ ਮਾੜੇ ਕਰਮ ਕਰਨ ਤੋਂ ਬਚਾ ਲੈਂਦਾ ਤੇ ਚੰਗੇ ਕਰਮਾਂ ਦਾ ਹੰਕਾਰ ਨਹੀਂ ਹੁੰਦਾ। ਸਿਮਰਨ ਦੇ ਵਿੱਚ ਇਹ ਪਾਵਰ ਹੈ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ, ਜਿਕ ਇਹ ਲੱਖ ਮਣ ਮੜੀਆਂ ਕਰ ਇਕੱਠੇ, ਇੱਕ ਰੱਤੀ ਲੈ ਪਾਹੇ, ਸਿਮਰਨ 'ਚ ਇਹ ਪਾਵਰ ਹੈ। ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਇੱਕ ਰੱਤੀ ਅੱਗ ਦੀ ਵਾਧੂ ਹੈ। ਤੁਸੀਂ ਸਿਮਰਨ ਸ਼ੁਰੂ ਕਰ ਦਿਓ, ਤੁਹਾਡਾ ਜੀਵਨ ਬਦਲ ਜਾਊਗਾ, ਕਨਵਰਟ ਹੋ ਜਾਊਗਾ। ਤੁਸੀਂ ਕਿਸੇ ਦਾ ਬੁਰਾ ਸੋਚਣਾ ਬੰਦ ਕਰ ਦਿਓਗੇ, ਬਦਲ ਜਾਓਗੇ। ਪਰ ਕਾ ਬੁਰਾ ਨਾ ਰਾਖੋ ਚੀਜ਼ ਤੁਮਕੋ ਦੁੱਖ ਨਹੀਂ ਭਾਈ ਮੀਤ। ਤੁਹਾਡੀ ਅੰਦਰ ਨਿਮਰਤਾ ਸ਼ਾਂਤੀ ਆ ਜਾਊਗੀ ਤੇ ਕਿਸੇ ਦਾ ਬੁਰਾ ਸੋਚਣਾ ਬੰਦ ਕਰ ਦਿਓਗੇ, ਤੁਹਾਡੇ ਵਿੱਚ ਬਦਲਾਅ ਆ ਜਾਊਗਾ। ਤੁਸੀਂ ਮਾੜੇ ਕਰਮਾਂ ਦੇ ਬੀਜ ਸਮਝੋ ਸਾੜ ਲਏ। ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਸੱਜਣ ਠੱਗ ਨੂੰ, ਜਦੋਂ ਉਹਨੂੰ ਸਮਝ ਆ ਗਈ ਸੱਜਣ ਨੂੰ, ਕਹਿਣ ਲੱਗੇ ਸੱਜਣਾ ਬਹੁਤ ਮਾੜੇ ਕੰਮ ਕਰਦਾ ਹੈ। ਕਹਿੰਦਾ ਜੀ ਬਖਸ਼ ਦਿਓ, ਮਾਫ ਕਰ ਦਿਓ, ਮੈਂ ਤਾਂ ਇਹੋ ਜਿਹੇ ਕਿੰਨੇ ਬੰਦੇ ਮਾਰ ਮਾਰ ਖੂਹ ਸਿੱਟੇ ਆ। ਕਹੋ ਸਤਿਨਾਮ। ਹੁਣ ਤੇਰਾ ਕੀ ਬਣੂ ਫਿਰ? ਕਹਿੰਦਾ ਜੀ ਤੁਸੀਂ ਦੱਸੋ। ਕਹਿੰਦੇ ਇੱਕ ਗੱਲ ਹੈ ਵੀ ਤੈਨੂੰ ਬਖਸ਼ ਦਿੰਨੇ ਆ, ਗਾਹਾਂ ਤੋਂ ਬਦਲ ਜਾ। ਜਿੱਥੇ ਬੰਦਾ ਬਦਲ ਗਿਆ ਉੱਥੇ ਸਿੱਧੇ ਰਸਤੇ ਪੈ ਗਿਆ, ਮਾੜੇ ਕਰਮ ਖਤਮ ਹੋ ਗਏ। ਕਹੋ ਸਤਿਨਾਮ। ਤੇ ਸੱਜਣ ਠੱਗ ਨੂੰ ਪਾਤਸ਼ਾਹ ਨੇ ਫਿਰ ਗਿਆਨ ਦਿੱਤਾ, ਬ੍ਰਹਮ ਗਿਆਨ ਦਿੱਤਾ, ਤੇ ਉੱਥੋਂ ਸੱਜਣ ਬਦਲ ਕੇ ਸੱਜਣ ਬਣ ਗਿਆ ਵਾਕਿਆ ਹੀ। ਤੇ ਗੁਰੂ ਸਾਹਿਬ ਨੇ ਉਤੋਂ ਸਿੱਖੀ ਦਾ ਪ੍ਰਚਾਰ ਵੀ ਕਰਾਇਆ, ਉਸੇ ਧਰਮਸ਼ਾਲਾ 'ਚ ਜਿੱਥੇ ਉਹ ਲੋਕਾਂ ਨੂੰ ਲੁੱਟਦਾ ਸੀ, ਮਾਰਦਾ ਸੀ। ਕਹੋ ਸਤਿਨਾਮ। ਇਸ ਕਰਕੇ ਅਣਕ ਜਨਮ ਕੇ ਕਰੇ ਇਕੱਤਰ, ਸੋ ਸੰਚਿਤ ਹੈ ਨਾਮ ਬਚਿੱਤਰ। ਕਿਰਿਆ ਹੋਤ ਨਿਤ ਜੁਦ ਅਭਿਮਾਨ, ਕਿਰੇ ਮਾਨੇ ਜਾਨ ਸੁਜਾਨ। ਔਰ ਹੰਕਾਰ ਦੇ ਵਿੱਚ ਹੀ ਆ ਕੇ ਅਸੀਂ ਕਰਮ ਕਰਦੇ ਹਾਂ। ਬਸ ਉਹ ਤੀਰ ਤੁਸੀਂ ਚਲਾ ਰਹੇ ਹੋ, ਤੇ ਜਿਹੜੇ ਚਲਾ ਰਹੇ ਹੋ ਉਹਨਾਂ ਦਾ ਫਲ ਬਣਦਾ ਜਾ ਰਿਹਾ ਹੈ। ਉਹਨਾਂ ਨੂੰ ਕਿਰਿਆਮਾਨ ਕਰਮ ਕਹਿਣਾ ਕਰਦੇ ਹਨ। ਤੇਰੇ ਮਨ ਜੋ ਕਹਿਓ ਬਨਾਏ, ਤ੍ਰੈ ਸੰਗਿਆ ਇਸਕੀ ਹੋ ਜਾਏ। ਜਿਹੜਾ ਕਿਰਿਆਮਾਨ ਸ਼ਬਦ ਹੈ ਜਾਂ ਕਿਰਿਆਮਾਨ ਕਰਮ ਹੈ, ਇਸ ਨੂੰ ਤਿੰਨ ਤਰ੍ਹਾਂ ਨਾਲ ਸਮਝੋ। ਪ੍ਰਥਮ ਅਵਸਥਾ ਮੇਂ ਕਿਰਿਆਮਾਨ, ਦੁਤੀਏ ਮੇਂ ਸੰਚਿਤ ਹੈ ਜਾਨ। ਪਹਿਲੀ ਤਾਂ ਕਿਰਿਆਮਾਨ ਅਸੀਂ ਕਹਿ ਦਿੰਦੇ ਹਾਂ ਯਾਰ ਫਲਾਨਾ ਬੜਾ ਦੁਖੀ ਹੈ ਭਾਈ, ਉਹਦੇ ਕਰਮਾਂ ਦਾ ਫਲ ਹੈ। ਭਾਵ ਉਹਨੇ ਪਹਿਲਾਂ ਕੋਈ ਐਸਾ ਕਰਮ ਕੀਤਾ ਹੈ, ਉਹਦੀ ਅਵਸਥਾ ਇਦਾਂ ਦੀ ਹੈ, ਤਾਂ ਇਹਨੂੰ ਕਿਰਿਆਮਾਨ ਕਹਿ ਦਿਓ। ਦੂਜੀ ਆਵਾਜ਼ ਵਿੱਚ ਉਹਨੂੰ ਸੰਚਿਤ ਕਹਿ ਦਿਓ। ਇਹਨੇ ਪਹਿਲਾਂ ਕੀਤਾ ਸੀਗਾ, ਉਹ ਕਰਮ ਦਾ ਫਲ ਇਹਨੇ ਭੋਗਣਾ ਹੀ ਸੀਗਾ। ਜੋ ਕੁਛ ਪਾਇਆ ਸੋ ਏਕਾ ਵਾਰ, ਪਰਮੇਸ਼ਰ ਨੂੰ ਪਤਾ ਹੈ ਇਹਨੇ ਕੀ ਕੁਝ ਕੀਤਾ ਤੇ ਅੱਗੇ ਹਿਸਾਬ ਕਿਤਾਬ ਕਿੱਦਾਂ ਕਰਨਾ। ਤੀਜੀ ਅਵਸਥਾ ਜਬ ਹੀ ਪਾਏ, ਪ੍ਰਾਰਬੰਧ ਸੰਗਿਆ ਹੋ ਜਾਏ। ਤੀਜੀ ਵਚਨ ਦੇ ਵਿੱਚ ਏਦਾਂ ਕਹਿ ਦਿਓ ਵੀ ਪਰਾ ਲੱਭਦਾ ਇਸ ਦੀ, ਭਾਵ ਇਹਦੇ ਭਾਗਾਂ ਦੇ ਵਿੱਚ ਇਹੀ ਕੁਛ ਹੈ, ਇਹਨੂੰ ਪਰਾਲਬਧ ਇਹੀ ਮਿਲਣੀ ਸੀ, ਇਹਦੇ ਭਾਗਾਂ ਵੀ ਜੋ ਹੈ ਇਹਨੂੰ ਮਿਲ ਗਿਆ। ਇਹ ਪਰਾਲਬਧ ਹੈ, ਇਸ ਨੂੰ ਪਰਾਲਬਧ ਕਹਿ ਦਿਓ। ਜਿਵੇਂ ਕਾਲ ਭਵਿਖਿਅਤ ਹੋਏ, ਬਹੁਰੂ ਵਰਤਮਾਨ ਹੈ ਸੋਏ। ਜਿਵੇਂ ਕਾਲ ਸਮੇਂ ਦੀ ਗੱਲ ਕਰ ਲਓ, ਸਮਾਂ ਇੱਕੋ ਹੀ ਆ ਪਰ ਉਹਦੇ ਤਿੰਨ ਨਾਂ ਧਰੇ ਗਏ। ਅਸੀਂ ਉਹਨੂੰ ਭਵਿੱਖ ਕਾਲ ਕਹਿੰਦੇ ਆ, ਜਿਹੜਾ ਹਜੇ ਆਇਆ ਨਹੀਂਗਾ, ਤੇ ਜਿਹੜਾ ਆ ਗਿਆ ਸਹੀ 5:30, ਉਹੀ ਜਿਹੜਾ 4 ਵਜੇ ਭਵਿੱਖ ਕਾਲ ਸੀਗਾ ਉਹ 5:30 ਵਜੇ ਵਰਤਮਾਨ ਬਣ ਗਿਆ। ਕਹੋ ਸਤਿਨਾਮ। ਹੁਣ 5:30 ਹੋ ਗਏ ਨਾ, ਪਰ ਇਦੋਂ 10 ਮਿੰਟ ਪਹਿਲਾਂ ਇਹ ਭਵਿੱਖ ਸੀਗਾ, ਆਉਣ ਵਾਲੇ ਸਮੇਂ ਦਾ ਕਾਲ। ਇਸ ਤੋਂ ਬਾਅਦ ਕੀ ਹੋਇਆ?
सोई काल भूत है बजाए लखो खालसा तिस ही पाए 6 ਵਜੇ ਇਹੀ ਭੂਤਕਾਲ ਹੋ ਜਾਊਗਾ। 5:30 ਵੱਜ ਗਏ ਜਦੋਂ 6 ਵੱਜ ਗਏ ਫਿਰ ਇਹ ਭੂਤਕਾਲ ਹੋ ਜੂ ਬੀਤਿਆ ਹੋਇਆ ਸਮਾਂ। ਤੇ ਅਸੀਂ ਕਹਿ ਦਿੰਦੇ ਆ ਯਾਰ ਇਹ ਪਿਛਲੇ ਜਨਮਾਂ ਦਾ ਫਲ, ਪਿਛਲੇ ਕਰਮਾਂ ਦਾ ਫਲ ਹੈ। ਪਿਛਲਾ ਕਦੋਂ ਕਦਾ ਇਦੋਂ ਘੰਟਾ ਪਹਿਲਾਂ ਦਾ ਵੀ ਹੋ ਸਕਦਾ, 10 ਮਿੰਟ ਪਹਿਲਾਂ ਦਾ ਵੀ ਹੋ ਸਕਦਾ। ਜਿਹੜਾ ਹੁਣੇ ਜੇਲ੍ਹ 'ਚ ਗਿਆ ਫੜ ਕੇ ਬੰਦਾ, ਉਹਨੇ ਘੰਟਾ ਪਹਿਲਾਂ ਕਿਸੇ ਨੂੰ ਮਾਰਿਆ ਹੋਊਗਾ। ਹੋ ਸਕਦਾ ਇਸੇ ਜਨਮ ਦੇ ਵਿੱਚ ਹੀ ਕੋਈ ਮਾੜਾ ਕਰਮ ਕੀਤਾ ਹੋਵੇ। ਅਸੀਂ ਕਹਿੰਦੇ ਹਾਂ ਪਿਛਲੇ ਜਨਮਾਂ ਦਾ ਨਹੀਂ, ਪਿਛਲਾ ਭਾਵ ਇਹ 5.5 ਤੋਂ ਪਹਿਲਾਂ ਜੋ ਕੀਤਾ ਹੈ ਉਹਦਾ ਫਲ ਤੁਹਾਨੂੰ ਹੁਣ ਵੀ ਮਿਲ ਸਕਦਾ। ਕੋਈ ਸਤਨਾਮ। ਪਿਛਲਾ ਲੰਮਾ ਚੌੜਾ ਦੂਰ ਨਹੀਂ ਹੈ। ਬਸ ਜੋ ਬੀਤ ਗਿਆ ਉਹਨੂੰ ਪਿਛਲਾ ਕਹਿ ਦਿਓ। ਉਹ ਅੱਜ ਦਾ ਹੋ ਸਕਦਾ, ਕੱਲ੍ਹ ਦਾ ਹੋ ਸਕਦਾ ਹੈ, ਪਰਸੋਂ ਦਾ ਹੋ ਸਕਦਾ, ਸਾਲ ਪਹਿਲਾਂ ਦਾ ਹੋ ਸਕਦਾ, ਕਈ ਸਾਲ। ਹੁਣ ਆ ਚੱਲੀ ਜਾਂਦਾ 84 ਦਾ ਸਮਾਂ, ਆਹ ਜੂਨ ਦਾ ਮਹੀਨਾ 84 ਵਾਲਾ ਸਮਾਂ ਆ ਗਿਆ ਨਾ। ਸਿੰਘ ਯਾਦ ਕਰ ਰਹੇ ਆ ਉਸ ਸਮੇਂ ਨੂੰ। ਹੁਣ ਜਿਨ੍ਹਾਂ ਨੇ ਉਹ ਸਮੇਂ 84 ਦੇ ਵਿੱਚ ਕਰਮ ਕੀਤੇ ਨਾ, ਉਹ ਬਚਣਗੇ ਥੋੜਾ ਹੀ, ਉਹਨਾਂ ਨੂੰ ਫਲ ਤਾਂ ਮਿਲੂਗਾ ਹੀ ਨਾ। ਕੋਈ ਸਤਨਾਮ। ਸਮਾਂ ਲੰਮਾ ਪੈ ਸਕਦਾ। ਫਿਰ ਕੋਈ ਕਹੇ ਜੀ ਪਿਛਲੇ ਕਰਮਾਂ ਦਾ ਫਲ ਹੈ, ਇਹ ਉਹੀ ਪਿਛਲੇ ਕਰਮਾਂ ਦਾ ਫਲ ਹੈ ਜਦੋਂ ਤੂੰ ਹੱਥੀ ਲੋਕਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ। ਕੋਈ ਸਤਨਾਮ। ਤੇ ਜੇ ਨਾ ਟਾਇਰ ਪਾਉਂਦਾ ਫਿਰ ਤੈਨੂੰ ਤੇਰੇ ਗਲ 'ਚ ਟਾਇਰ ਕਿਉਂ ਪੈਂਦੇ? ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। 84 ਦਾ ਉਹ ਸਮਾਂ ਉਹਨਾਂ ਰੂਹਾਂ ਨੂੰ ਪਰਮੇਸ਼ਰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ 84 ਦਾ ਉਹ ਭਿਆਨਕ ਦੌਰ ਦੇਖਿਆ। ਗੁਰੂ ਕਿਰਪਾ ਕਰਨ। ਰਹਿੰਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦੇ ਅੱਖਰ ਬਾਅਦ ਘੱਟ ਹੋ ਜਾਂਦੇ ਤੇ ਟਾਈਮ ਸ਼ਾਇਦ ਬਦਲਾਂਗੇ, ਬਾਬਾ ਜੀ ਦੱਸਣਗੇ ਆਪੇ। ਤੋ ਇਸ ਕਰਕੇ ਗੁਰੂ ਕਿਰਪਾ ਕਰਨ। ਇਹ ਜਿਹੜਾ ਕਰਮ ਹੈ ਸੋਈ ਕਾਲ ਭੂਤ ਹੈ ਬਜਾਏ ਲਖੋ ਖਾਲਸਾ ਤਿਸ ਹੀ ਪਾਏ। ਸਮਾਂ ਉਹੀ ਹੈ, ਪਹਿਲਾਂ ਭਵਿੱਖ ਸੀ, ਹੁਣ ਵਰਤਮਾਨ ਹੋ ਗਿਆ। ਥੋੜੇ ਸਿਰ ਨੂੰ ਇਹੀ ਭੂਤਕਾਲ ਹੋ ਜਾਣਾ ਹੈ। ਚਾਰ ਬਾਤ ਕੀ ਫਲ ਹੈ ਤੀਨ, ਜਾਤ ਆਰ ਬਲ ਭੋਗ ਸੋ ਚੀਨਾ। ਉਹ ਜਿਹੜੀ ਪਰਾਲਬਧ ਬੰਦੇ ਨੇ ਭੋਗਣੀ ਹੈ, ਇਹ 3 ਸਮਿਆਂ ਵਿੱਚ ਭੋਗ ਸਕਦਾ ਹੈ। ਸੁਰ ਨਰ ਆਦ ਚਰਾਚਰ ਦੇ ਹੈ, ਉਤਮ ਮਧਮ ਅਦਮ ਅੱਛੇ ਹੈ। ਦੇਵ ਲੋਕ ਦੇ ਸਮੇਂ ਦੇ ਵਿੱਚ ਵੀ, ਚਰਾਚਰ 84 ਲੱਖ ਜੂਨਾਂ ਦੇ ਵਿੱਚ ਵੀ ਉਤਮ ਮਧਮ ਅਦਮ ਅਸ਼ੇ। ਉਤਮ ਜੂਨ ਮਨੁੱਖ ਦੀ ਹੈ, ਇਸੇ ਤਰ੍ਹਾਂ ਹੀ ਜਿਹੜੀ ਹੈ ਮੱਧਮ ਪਸ਼ੂਆਂ ਪੰਛੀਆਂ ਦੀ ਅਤੇ ਅਦਮ ਪਾਪੀਆਂ ਦੀ। ਪਤਾ ਨਹੀਂ ਕਿਹੜੇ ਸਮੇਂ ਦੇ ਵਿੱਚ ਤੈਨੂੰ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈ ਜਾਵੇ। ਤੇਰੀ ਪਰਾਲਬਧ ਹੈ। ਸਭ ਕੇ ਵਿਖੇ ਹੋਤ ਹੈ ਨਾਨਾ, ਇਹ ਜਾਨੋ ਫਲ ਜਾਤ ਬਖਾਨਾ। ਤਾਂ ਇਹਨਾਂ ਸੁਰ ਦੇਵਤਿਆਂ ਦੇ ਰੂਪ 'ਚ, ਨਰ ਮਨੁੱਖਾਂ ਦੇ ਰੂਪ 'ਚ, ਚਰਾਚਰ ਚਲਦੀ ਫਿਰਦੀ ਤੇ ਖੜੀ ਹੋਈ ਜੂਨ। ਮਨੁੱਖਾ ਜਨਮ ਜਿਹੜਾ ਹੈ ਚਲਦੀ ਫਿਰਦੀ, ਪਸ਼ੂ ਪੰਛੀ ਚਲਦੀ ਫਿਰਦੀ ਜੂਨ ਹੈ। ਦਰਖਤ ਤੇ ਪਹਾੜ ਖੜੀ ਜੂਨ ਹੈ। ਚਰ ਅਚਰ ਖੜੇ ਤੇ ਚੱਲਦੇ ਫਿਰਦੇ। ਉਤਮ ਮੱਧਮ ਅਦਮ ਅਸ਼ੇਹ, ਇਹਨਾਂ ਚੋਂ ਕਿਸੇ ਵੇਲੇ ਵੀ ਤੈਨੂੰ ਤੇਰੀ ਪਰਾਲਬਧ ਦਾ ਫਲ ਮਿਲ ਸਕਦਾ ਹੈ। ਨਿਮਕਾਦ ਹੋਏ ਜੀਵਨ ਜੇਤਕ, ਆਰ ਬਲਾ ਫਲ ਜਾਨੋ ਤੇਤਕ। ਆਰ ਬਲਾ ਕਿੰਨੀ ਕਾ ਸੋਡੀ? ਏਕ ਚੀਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਇੱਕ ਨਿਮਖ ਦੀ ਸਾਡੀ ਉਮਰ ਹੈ। ਨਾ ਤਾਂ ਬੀਤੇ ਦਾ ਪਤਾ ਸੀਗਾ ਸਾਨੂੰ ਵੀ ਮਿਲੂਗਾ, ਨਾ ਸਾਨੂੰ ਆਉਣ ਵਾਲੇ ਦਾ ਪਤਾ ਵੀ ਆ ਘੰਟੇ ਬਾਅਦ ਆਪਾਂ ਜਿਉਂਦੇ ਹੋਵਾਂਗੇ ਕਿ ਨਹੀਂ। ਘੰਟਾ ਤਾਂ ਬਾਹਲਾ। ਭਾਈ ਮਰਦਾਨਾ ਜੀ ਬਾਲੋਂ ਪੁੱਛਿਆ, ਭਾਈ ਤੁਸੀਂ ਰੱਬ ਨੂੰ, ਮੌਤ ਨੂੰ ਕਿੰਨੀ ਦੂਰ ਸਮਝਦੇ ਹੋ? ਬਾਲਾ ਜੀ ਕਹਿੰਦੇ ਤੁਸੀਂ ਦੱਸੋ ਮਰਦਾਨਿਆ, ਤੂੰ ਦੱਸ। ਕਹਿੰਦੇ ਜੀ ਅੱਜ ਦਾ ਦਿਨ ਚੜ੍ਹਿਆ ਦੇਖਿਆ, ਪਲ ਦਾ ਪਤਾ ਨਹੀਂ ਦੇਖੀਏ ਕਿ ਨਾ ਦੇਖੀਏ। ਬਾਬਾ ਜੀ ਕਹਿੰਦੇ ਮਰਦਾਨਿਆ ਬੜਾ ਦੂਰ ਸਮਝਿਆ, ਇਹ ਤਾਂ ਬਹੁਤ ਨੇੜੇ ਹੈ। ਪਾਤਸ਼ਾਹ ਜੀ ਕਹਿੰਦੇ ਕਿੰਨਾ ਨੇੜੇ ਹੈ। ਹਮ ਆਦਮੀ ਹਾਂ ਇੱਕ ਦਮੀ, ਦਮ ਆਇਆ ਤੇ ਆਦਮੀ ਆ, ਨਹੀਂ ਤਾਂ ਚੱਲੋ ਯਾਰ ਮਿੱਟੀ ਸਮੇਟੋ। ਕਾਹਨੂੰ ਟਾਈਮ ਲਾਇਆ, ਹਨੇਰਾ ਹੋਈ ਜਾਂਦਾ, ਮੁੜ ਕੇ ਭੂਤ ਬਣ ਕੇ ਇੱਥੇ ਰਹਿ ਜਾਊਗਾ। ਕੋ ਸਤਨਾਮ। ਦਮ ਆਇਆ ਤੇ ਆਦਮੀ ਆ, ਨਹੀਂ ਤਾਂ ਮਿੱਟੀ ਦੀ ਢੇਰੀ ਹੈ। ਤਾਂ ਸਾਡਾ ਜਿਹੜਾ ਜੀਵਨ ਕਿੰਨਾ ਕੁ ਹੈ। ਨਿਮਖ ਆਦ ਹੋਏ ਜੀਵਨ ਜੇਤਕ, ਆਦ ਬਲਾ ਫਲ ਜਾਣੋ ਤੇਤਕ। ਇਸ ਜੀਵਨ ਦਾ ਬਸ ਇੰਨਾ ਕੀ ਫਲ ਹੈ। ਗੁਰੂ ਕਿਰਪਾ ਕਰਨ, ਪਰਮੇਸ਼ਰ ਨਾਲ ਜੁੜੇ ਰਹੀਏ। ਪਤਾ ਨਹੀਂ ਕਿਹੜਾ ਛਿਨ ਆਖਰੀ ਹੋਵੇ ਸਾਡਾ। ਤਾਂ ਤੇ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਆ 2 ਮਿੰਟ ਸਿਮਰਨ ਕਰੀਏ ਫਿਰ ਸਮਾਪਤੀ ਕਰੀਏ। ਵਾਹ ਗੁਰੂ, 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 ਵਾਹ ਗੁਰੂ।
ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਜਨ ਗੁਣਦਾਸ हे संगी हे निरंकार हे निर्गुण ਸਭ ਟੇਕ हे गोविंद हे गुण निधान ਕੀ ਸਦਾ ਵਿਵੇਕ हे अपरंपर हर हरे ਕਹਤੇ ਹੋ ਬਨਹਾਰ हे संत है कै सदा संग ਦਾਰਾ ਆਧਾਰ हे ठाकुर हो दास रो ਹੈ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਕੋਈ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बसत ਨਾਨਕ ਨਿਹਾਲ एक ओंकार सतगुरु ਇਹ ਪ੍ਰਸਾਦ ਸਚ ਹੋਏ वाहिगुरु जी की फतेह है ਵਿਨਾਸ਼ਨ ਸੋਏ वाहिगुरु जी की फतेह है ਵਿਨਾਸ਼ਨ ਸੋਏ वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ